ਵੈਸਾਖ ਧੀਰਨ ਕਿਉ ਵਾਡੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਔਰ ਨਵਾਜੀ ਪਾਰਮ ਪੋਸ਼ਣ ਮਾਣਯੋਗ ਖਾਲਸਾ ਸਾਧ ਸੰਗਤ ਜੀਓ, ਅਕਾਲ ਪੁਰਖ ਦੀ ਕਿਰਪਾ ਦੁਆਰਾ ਆਪਾਂ ਜੋ ਵਿਸਾਖੀ ਹੈ ਇਹ ਚਰਨਕਾਲ ਤੋਂ ਖਾਸ ਕਰਕੇ ਪੂਰਬ ਪੱਛਮ ਭਾਰਤ ਵਰਤ ਬਹੁਤ ਦੇਰ ਤੋਂ ਮਨਾਉਂਦੇ ਆ ਰਹੇ ਹਨ। ਚਰਨਕਾਲ ਤੋਂ ਹੀ ਪਰੰਪਰਾ ਹੈ। ਜਿਹੜੀ ਕਾਲਗੋ ਬਾਣੀ ਹੈ, ਤੁਰਕੀ ਬਾਣੀ, ਇਹ ਵੀ 4 ਯੁਗਾਂ ਤੋਂ ਹੀ ਚਲੀ ਆ ਰਹੀ ਹੈ। ਇਹਦੀ ਗਵਾਹੀ ਭਾਈ ਗੁਰਦਾਸ ਜੀ ਦੇ ਰਹੇ ਹਨ। ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਆ। ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਜਗ੍ਹਾ ਪਰ ਜਗ੍ਹਾ ਥਾਂ ਥਾਂ ਧਰਮ ਪ੍ਰਵਿਰਤ ਕਰਨ ਵਾਸਤੇ, ਹਮੇਸ਼ਾ ਹੀ ਧਰਮ ਦੀ ਸੇਧ ਮਿਲਣ ਵਾਸਤੇ, ਵਾਹਿਗੁਰੂ ਦੀ ਮਨੌਤ ਕਰਾਉਣ ਵਾਸਤੇ ਗੁਰੂ ਘਰ ਕਾਇਮ ਕੀਤੇ ਹਨ। ਕੀਰਤਨ ਹੋਆ, ਰਹਿਣ ਸਫਾਈ, ਪਾਰਾ ਰਾਣੀ ਦੀ ਖੜਾਂਗ, ਸਤਿਯੁਗ ਦੀ ਗੱਲ ਹੈ। ਚਾਹੋ ਯੁਗਾਂ ਦਾ ਹੁਣ ਨਿਬੇੜਾ ਹੈ। ਵਿਸਾਖੀ ਦਾ ਜੋ ਦਿਹਾੜਾ ਪੁਰਬ ਹੈ, ਪਹਿਲਾਂ ਤੋਂ ਹੀ ਤੁਰਿਆ ਆ ਰਿਹਾ ਹੈ, ਚਰਨਕਾਲ ਤੋਂ ਹੀ ਤੁਰਿਆ ਆ ਰਿਹਾ ਹੈ। ਗੁਰੂ ਘਰ ਵਿੱਚ ਇਹ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਪ੍ਰਵਿਰਤ ਕੀਤਾ ਹੈ। ਵਿਸਾਖੀ ਦੇ ਦਿਨ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਰਤਾਰਪੁਰ ਵਿਖੇ ਸੰਗਤ ਦੀ ਇਕੱਤਰਤਾ ਕੀਤੀ। ਸੰਗਤਾਂ ਦੀ ਇਕੱਤਰਤਾ ਕਰਕੇ ਜਿਵੇਂ ਵਿਸਾਖੀ ਨੂੰ ਖੁਸ਼ੀਆਂ ਮਨਾਈ ਦੇ ਆਪਾਂ ਮਨਾ ਰਹੇ ਹਾਂ, ਇਸ ਤਰ੍ਹਾਂ ਖੁਸ਼ੀਆਂ ਮਨਾਈਆਂ। ਉਸ ਤੋਂ ਬਾਅਦ ਫਿਰ ਗੁਰੂ ਘਰ ਵਿੱਚ ਇਹ ਤੀਜੇ ਪਾਤਸ਼ਾਹ ਦੇ ਸਮੇਂ ਗੋਇੰਦਵਾਲ ਵਿਖੇ ਮਨਾਉਣੀ ਸ਼ੁਰੂ ਹੋਈ ਹੈ। ਇੱਕ ਸਮੇਂ ਦੀ ਗੱਲ ਹੈ, ਭਾਈ ਬੱਲੂ ਜੀ ਗੁਰੂ ਸਾਹਿਬਾਂ ਦੇ ਲਾਂਗਰੀ ਸਨ। ਉਹ ਬੇਨਤੀ ਕਰਨ ਲੱਗੇ, ਮਹਾਰਾਜ ਆਪਦੇ ਕੋਲ ਕੱਲੇ ਦੁਕੱਲੇ ਪ੍ਰੇਮੀ ਆਉਂਦੇ ਹਨ, ਆਪ ਆਤਮ ਗਿਆਨ ਦੇ ਕੇ ਕਿਰਪਾ ਕਰਦੇ ਹੋ। ਕਿਉਂ ਨਾ ਐਸਾ ਚੰਗਾ ਹੋਵੇ, ਕੋਈ ਦਿਨ ਮਿਥਿਆ ਜਾਵੇ, ਕੋਈ ਸੰਗਤ ਦੀ ਇਕੱਤਰਤਾ, ਕੋਈ ਜੋੜ ਮੇਲਾ ਬਣਾਓ, ਸੰਗਤਾਂ ਆਉਣ, ਆਪੇ ਜਾਣ ਪਛਾਣ ਹੋਵੇ, ਸੰਗਤ ਕਰਕੇ ਅੱਗਾ ਹੋਰ ਪ੍ਰਭਾਵਿਤ ਹੋਣ। ਇਹ ਤਜਵੀਜ਼ ਭਾਈ ਬੱਲੂ ਲਾਂਗਰੀ ਦੀ ਗੁਰਾਂ ਨੂੰ ਬੜੀ ਚੰਗੀ ਲੱਗੀ। ਗੁਰੂ ਸਾਹਿਬਾਨ ਹੈ ਵਿਸਾਖੀ ਵਾਲੇ ਦਿਨ ਜੋ ਬੌਲੀ ਸਾਹਿਬ ਹੈ ਨਾ, ਗੋਬਿੰਦ ਸਾਹਿਬ, 184 ਜੂਨਾਂ ਨੂੰ ਕੱਟਣ ਵਾਲੀ ਢੰਗ ਨਾਲ ਇਸ਼ਨਾਨ ਕਰਕੇ ਪੌੜੀ ਤੇ ਜਪਜੀ ਸਾਹਿਬ ਕਰਨੇ, ਉਹਦੀ ਚੱਠ ਸੰਪੂਰਨ ਹੋਈ ਸੀ, ਮਨਾਈ ਸੀ। ਫਿਰ ਇਹ ਗੁਰੂ ਘਰ ਵਿੱਚ ਗਾਂਹ ਤੋਂ ਗਾਂਹ ਜਿੱਥੇ ਵੀ ਗੁਰੂ ਸਾਹਿਬ ਰਹਿੰਦੇ ਉੱਥੇ ਇੱਥੇ ਮਨਾਈ ਗਈ ਹੈ। ਚੌਥੇ ਤੇ ਪੰਜਵੇਂ ਪਾਤਸ਼ਾਹ ਸ੍ਰੀ ਅੰਮ੍ਰਿਤ ਸਾਹਿਬ ਸਭਾਏਮਾਨ ਹੁੰਦੇ ਰਹੇ ਹਨ, ਉੱਥੇ ਮਨਾਈ ਗਈ ਹੈ। ਇਤਿਹਾਸ ਪੱਖ ਗੁਰੂ ਮਹਾਰਾਜ ਸੱਚੇ ਸਰੂਪ ਜਿਵੇਂ ਪਟਵਾਇਆ ਸੀ, ਖੂਹ ਮੀਂਹ ਪੈਣ ਤੋਂ ਪਾਣੀ ਖਲੋਤਾ ਸੀ। ਅੱਜ ਤੇ ਦਿਨੇ ਜਿਵੇਂ ਦੁਨੀ ਚੰਦ ਪੱਟੀ ਦਾ ਰਾਜਾ ਹੋਇਆ ਹੰਕਾਰੀ ਸੀ। 5 ਕੁੜੀਆਂ ਇਹਨਾਂ ਦੀਆਂ ਬੈਠੀਆਂ ਵਿਚਾਰਾਂ ਕਰਨ ਲੱਗ ਪਈਆਂ। ਬੜੀਆਂ ਕਹਿੰਦੀਆਂ, ਸਾਨੂੰ ਵਿਆਹ ਵੀ ਦਿੱਤਾ, ਬੜਾ ਕੁਝ ਦੇ ਕੇ ਚੰਗੇ ਕਰਾਉਣੇ, ਬੜੇ ਦਾਜ ਦਿੱਤੇ, ਬੜਾ ਕੁਝ ਕੀਤਾ, ਸਾਨੂੰ ਤਾਂ ਤੁਹਾਡਾ ਪਿਤਾ ਪਾਲਦਾ ਹੈ, ਅਸੀਂ ਪਿਤਾ ਦਾ ਭਾਗ ਖਾਂਦੀਆਂ ਹਾਂ। ਪਰ ਜਿਹੜੀ ਛੋਟੀ ਰਾਜ ਕੌਰ ਹੈ, ਇਹ ਬੀਬੀ ਸਤਸੰਗ
ਸਤ ਸੰਗ ਕਰਦੇ, ਖੜਾਵਾਂ ਪਾ ਕੇ ਰੱਖਣੇ, ਇਸ਼ਨਾਨ ਪਾਣ ਬੜਾ ਕੁਝ ਕਰਦੇ ਰਹੇ। ਇਹਨਾਂ ਗੁਰਮੁਖਾਂ ਪਿਆਰਿਆਂ ਰਾਗੀ ਸਿੰਘਾਂ ਤੋਂ, ਸੰਤਾਂ ਮਹਾਤਮਾ ਤੋਂ, ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਵੇਗਾ ਵੇਖੇ ਤਾਂ ਆਹ ਸੁਣ ਕੇ ਸਾਰੇ ਜੀਆਂ ਨੂੰ ਪਰਮਾਤਮਾ ਵਿਰਸ਼ਾਂ ਤੇ ਧਰਤੀ ਤੇ ਪਹਾੜ ਤੇ ਰਹਿਣ ਵਾਲੀ ਪਾਲਣਾ ਕਰਦਾ ਹੈ, ਇਹਨੂੰ ਵਿਸ਼ਵਾਸ ਸੀ। ਇਹ ਕਹਿਣ ਲੱਗੇ, ਭੈਣੋ ਕਿਸੇ ਦਾ ਭਾਗ ਕੋਈ ਨਹੀਂ ਲੈ ਸਕਦਾ, ਕਿਸੇ ਦਾ ਭਾਗ ਕਿਸੇ ਨੂੰ ਨਹੀਂ ਲੱਗ ਸਕਦਾ, ਇਹ ਤਾਂ ਆਪਣੀ ਕਿਸਮਤ ਪਰ ਉਪਲਬਧ ਹੈ। ਸਤਿਯੁਗ ਤੋਂ ਲੈ ਕੇ ਕਦੇ ਗੱਲ ਹੋਈ ਨਹੀਂ, ਪਿਤਾ ਨੂੰ ਵੀ, ਤੁਹਾਨੂੰ ਵੀ, ਮੈਨੂੰ ਵੀ। ਉਹ ਤਾਂ ਪ੍ਰਤਪਾਲ ਕਰਨ ਵਾਲਾ ਰੱਬ ਹੈ। ਪ੍ਰਤਪਾਲ ਮਾਤਾ ਉਦਰ ਆ ਕੇ ਲਗਨ ਦੇ ਨਾ ਸੇਕ, ਉਹ ਤਾਂ ਪਰਾ ਪਾਣੀ ਦੇ ਕੇ ਘਰ ਵਿੱਚ ਪਾਲਦਾ ਹੈ। ਉੱਠਿਆਂ ਲੰਘਦਿਆਂ ਨੂੰ ਦੂਜਿਆਂ ਨੇ ਸ਼ਿਕਾਇਤ ਕਰਤੀ, ਹਾਲੇ ਵਿਆਹ ਹੀ ਨਹੀਂ, ਕੁਝ ਨਹੀਂ, ਅਜੇ ਤਾਂ ਕਹਿੰਦੀ ਤੁਹਾਡਾ ਭਾਅ ਖਾਂਦੀ ਹੈ, ਆਹ ਕਹਿੰਦੀ ਰੱਬ ਪਾਲਣਾ ਕਰਦਾ, ਕਿਸੇ ਦਾ ਭਾਅ ਕੋਈ ਨਹੀਂ ਇਸ ਤਰ੍ਹਾਂ ਭੋਗ ਸਕਦਾ। ਉਹ ਹੰਕਾਰ ਸੀ। ਕਹਿੰਦੇ ਗੱਲ ਠੀਕ ਹੈ ਬੇਟੀ ਦੀ। ਉਹ ਸੱਦ ਲੀਆਂ, ਚਾਰਾਂ ਨੇ ਉਤਲੀਆਂ ਨੇ ਕਹਿ ਤਾ ਤੇਰਾ ਖਾਂਦੀਆਂ, ਇਹ ਕਹਿੰਦੇ ਨਹੀਂ, ਮੈਂ ਤਾਂ ਰੱਬ ਦਾ ਦਿੱਤਾ ਖਾਂਦੀ ਹੈ, ਜਿਸ ਨੇ ਤੁਹਾਨੂੰ ਰਾਜ ਦਿੱਤਾ ਪਿਤਾ ਜੀ ਉਹ ਪਰਮਾਤਮਾ ਹੈ। ਉਸ ਨੇ ਕੋਈ ਤੁਹਾਡਾ ਪਿਛਲਾ ਇੱਛਾ ਦਾਨ ਨੂੰ ਰਾਜਾ ਬਣਾਤਾ। ਅੱਛਾ, ਮੈਂ ਵੇਖਦਾ ਹਾਂ ਉਹ ਸਾਡੇ ਗੁਆਂਢ ਛਤਰੀਆਂ ਦਾ ਮੁੰਡਾ ਹੈ ਨਾ, ਕੋਲ ਨਾਲ ਗਲੇ ਅੰਗ ਸਾਰੇ ਉਹਦੇ ਗਲੇ ਪਏ ਆ, ਝੜੇ ਪਏ ਆ, ਬੁਰਾ ਹਾਲ ਹੈ। ਘਰ ਬਜ਼ੁਰਗ ਹੈ, ਰੋਟੀ ਖਾਣ ਪੀਣ ਨੂੰ ਕੁਝ ਵੀ ਨਹੀਂ। ਉਸ ਕੋੜੇ ਨਾਲ ਤੈਨੂੰ ਵਿਆਹ ਦਿਆਂ ਦੇਖਾਂਗੇ, ਤੂੰ ਕਿਵੇਂ ਰੱਬ ਪਾਲੂਗਾ ਤੈਨੂੰ। ਕਹਿੰਦੀ ਪਿਤਾ ਜੀ ਮੇਰਾ ਪਤੀ ਉਹੀ ਹੈ ਬਸ। ਰੌਲਾ ਪੈ ਗਿਆ। ਰਾਣੀ, ਮਾਤਾ, ਸਕੀ ਸਹੇਲੀਆਂ, ਵਜ਼ੀਰ, ਇਹ ਕੁੜੀਏ ਮਰਨ ਜੋਗੀ, ਬੜੇ ਸੋਹਲ ਢੰਗਾਂ ਨਾਲ ਪਾਲੀ ਪਲੋਸੀ ਹੈ, ਰਾਜ ਬੇਟੀ ਹੈ, ਬੜੇ ਚੰਗੇ ਖੁਰਾਕਾਂ, ਬੜਾ ਕੋਈ। ਤੂੰ ਕੁੜੀ ਨਾਲ ਕੀ ਕਰੂਗੀ? ਉਹ ਤਾਂ ਕਿਸੇ ਕੌਡੀ ਦਾ ਹੀ ਨਹੀਂ, ਕੰਮ ਕਰਨ ਜੋਗਾ ਹੀ ਨਹੀਂ। ਕਹਿੰਦੇ ਪਿਓ ਨੇ ਆਖਿਆ ਕਿਉਂ? ਮੇਰਾ ਪਤੀ ਉਹੀ ਹੈ, ਮੈਂ ਹੋਰ ਵਿਆਹ ਕਰਾਉਣਾ ਹੀ ਨਹੀਂ, ਹੱਟ ਕਰ ਲਿਆ। ਇਹ ਵੀ ਹੰਕਾਰੀ। ਕਹਿੰਦੇ ਚੰਗਾ, ਤੂੰ ਮੇਰੀ ਪੱਟੀ ਰਾਹਤ ਵਿੱਚ ਪਲੂਗੀ, ਰਾਜ ਦੀ ਕੁੜੀ ਦੇ ਕੇ ਤੈਨੂੰ ਪੇਖਿਆ ਦੇਣਗੇ। ਇਉਂ ਬੜੀ ਲਾਂਤਾਂ ਜੀ ਪਈਆਂ, ਬੜਾ ਕੁਝ ਆਖਿਆ। ਕਹਿੰਦੇ ਮੈਂ ਤੇਰੀ ਰਾਜ ਪੱਟੀ ਵਿੱਚ ਮੰਗਣਾ ਹੀ ਨਹੀਂ। ਇਹਨੇ ਦੇਖਿਆ ਇੱਥੇ ਘਰ ਵਾਸਤਰ ਨਹੀਂ, ਖਾਣ ਪੀਣ ਨੂੰ ਕੁਝ ਨਹੀਂ, ਮੈਂ ਮਰ ਜੂ, ਆ ਵੀ ਪਤੀ ਮਰ ਜੂ। ਖਾਰੀ ਟੋਕਰ ਤੇ ਚੁੱਕ ਕੇ ਫਿਰਦੀ ਫਰਾਂਦੀ ਆ ਅੰਮ੍ਰਿਤ ਸਾਹਿਬ ਵਿਖੇ ਆਈ। ਤੁੰਗ ਨਗਰ ਹੈ ਪਹਾੜ ਸਾਈਡ, 3 ਕਮੀਲ ਤੇ ਮੰਗਣ ਗਈ ਖਾਰੀ ਤੇ, ਜਿੱਥੇ ਦੁੱਖ ਭੰਜਨੀ ਬੇਰੀ ਹੈ, ਮਾਇਆ ਬੇਰੀ ਜਿਹਨੂੰ ਕਹਿੰਦੇ ਆ, ਮਾਇਆ ਬੇਰੀ। ਉੱਥੇ ਖਾਰੀ ਤੇ ਪਤੀ ਨੂੰ ਟਕਾ ਗਈ। ਇਹਨੇ ਵੇਖਿਆ ਬੇਰੀ ਤੋਂ ਕਾਂ ਉਤਰ ਰਹੇ ਆ, ਉਹ ਚਿੱਟੇ ਹੰਸ ਬਣ ਕੇ ਚਲੇ ਜਾਂਦੇ ਆ। ਮਹਾਰਾਜ ਦਾ ਵੀ ਵਚਨ ਹੈ, ਸਤਿਗੁਰ ਸਤਵਾਦੀ ਜਿਤ ਨਾਤਾ ਕਊਆ ਹੰਸ ਹੋਵੇ। ਉਹ ਸਾਡਾ ਥਾਂ ਹੋਵੇਗਾ ਅਸਲੀ, ਜਿੱਥੇ ਹੰਸ ਬਣ ਗਏ ਕਾਂ ਵੀ, ਕਾਂ ਦਾ ਕਾਂ ਪੁਣ ਹਟ ਗਏ, ਹੰਸ ਬਣ ਗਏ। ਇਹਨਾਂ ਆਖਿਆ ਆ ਜੇ ਹੰਸ ਬਣਦੇ, ਮੈਂ ਨਾ ਗੋਬਿੰਦ ਆ ਅੰਮ੍ਰਿਤ ਰੂਪ ਚੀਜ਼ ਹੈ। ਰਿੜੜਾ ਕੇ ਇਹਨੇ ਛਪੜੇ 'ਚ ਪੈ ਗਿਆ। ਮੈਂ ਕਾਰ ਸੇਵਾ 'ਚ ਬੜਾ ਕੁਝ ਕਰਨਾ, ਸਾਰਾ ਕੁਝ ਕਰ ਕਰ ਕੇ ਆਇਆ, ਠੀਕ ਹੋ ਗਿਆ। ਹੁਸਨ ਜੋਬਨ ਸੁਨਹਿਰੀ ਰੰਗ ਜਾ ਖੇੜਿਆ, ਸੋਹਣਾ ਸੁਨੱਖਾ। ਖਾਰੀ ਪੁੱਠੀ ਮਾਰ ਕੇ ਬੈਠ ਗਿਆ। ਰਾਜ ਕੌਰ ਆਈ, ਰੌਲਾ ਪਾਉਣ ਲੱਗ ਗਈ, ਓਏ ਤੂੰ ਮੇਰੇ ਪਤੀ ਦਾ ਘਾਤਕ ਹੈ, ਤੂੰ ਸੱਜੇ ਖੱਬੇ ਲੁਕੋਇਆ ਆ, ਦਬਾਇਆ, ਦੱਸ ਦੇ। ਮੈਂ ਤੇਰੇ ਹੱਥ ਵਾਲ ਨੇ ਪਤੀ ਵਾਰ ਤਰਨ ਵਾਲੀ ਹੈ, ਮੈਂ ਸਤੀ ਹਾਂ। ਮੈਂ ਤੈਨੂੰ ਜੇਲ੍ਹ ਵਿੱਚ
ਪਕੜਾ ਦਿਆਂਗੇ, ਤੈਨੂੰ ਜੇਲੀ ਬਣਾ ਦਿਆਂਗੇ। ਮੇਰੇ ਵਾਸਤੇ ਉਹ ਤੂੰ ਦੋ ਟਾਰ ਤੋਂ ਇਤਨਾ ਕਿਤਾ ਰੌਲਾ ਪੈ ਗਿਆ। ਲੋਕ ਆ ਗਏ ਕਿਤੇ ਝਾੜੀਆਂ ਦੇ ਬੁੱਝੇ ਹੁੰਦੇ ਸੀ, ਪਹਿਲਾਂ ਕੋਈ ਬੋਸੋ ਨਹੀਂ ਹੁੰਦੀ ਸੀ। ਕਹਿੰਦੇ ਕੀ ਗੱਲ ਹੈ, ਰੌਲਾ ਪੈਂਦਾ? ਉਹ ਕਹਿੰਦੇ ਇਹਦੇ ਪਿਤਾ ਨੇ ਬਹੁਤ ਕਰੜਾ ਹੋ ਕੇ ਮੈਨੂੰ ਕੋੜੇ ਨੂੰ ਵਿਆਹੀ ਸੀ। ਆਹ ਛੱਪੜੀ ਵਿੱਚ ਮੈਂ ਕਾਂ ਨੂੰ ਵੇਖ ਕੇ ਆਸ ਬਣਦੇ ਮੈਂ ਵੀ ਲੁੜਕਾ ਆਇਆ ਜਿਹਾ ਬਣ ਗਿਆ। ਉਹ ਕਹਿੰਦੇ ਵੀ ਗੱਲ ਸਮਝ ਨਹੀਂ ਪੈਂਦੀ। ਇਹ ਕਹਿੰਦੀ ਗਲਾ ਪਚਾਈ, ਤੂੰ ਤਾਂ ਬੜਾ ਸੁਨਹਿਰੀ, ਬੜਾ ਸੁਨੱਖਾ, ਬੱਲੇ ਬੱਲੇ ਹੁਸਨ ਜੋਬਨ। ਇੱਥੇ ਪੰਜਵੇਂ ਪਾਤਸ਼ਾਹ ਟਾਹਲੀ ਸਾਹਿਬ ਸੰਤੋਖਸਰ ਸਾਹਿਬ ਸਰੋਵਰ ਦੀ ਸੇਵਾ ਕਰਾ ਰਹੇ। ਉਹ ਤੁਹਾਡੀ ਗੱਲ ਡੇਰੇ ਨਾਲ ਕਰਕੇ ਦੱਸਣਗੇ, ਰੱਬ ਰੂਪ ਹਨ। ਉੱਥੇ ਚਲੇ ਗਏ। ਕਹਿੰਦੇ ਕਿਵੇਂ ਖੜੇ ਆ? ਉਹ ਜੀ ਕੀ ਦੱਸਾਂ, ਇਹ ਲੱਗਦਾ ਕੁਝ ਮੇਰੇ ਧਰਮ ਵਿੱਚ ਮੇਰੇ ਸਾਥੀ ਫਰਕ ਪਾਉਣ ਵਾਲਾ ਪ੍ਰਤੀਤ ਹੁੰਦਾ। ਮੈਂ ਰੱਖ ਕੇ ਗਈ ਸੀ ਤਾਂ ਇਹੋ ਜਿਹਾ ਜੋਬਨ ਹੁਸਨ ਵਾਲਾ ਮੈਂ ਦੇਖਿਆ। ਉਹ ਕਹਿੰਦਾ ਇਹਨੂੰ ਭੁਲੇਖਾ ਮੈਂ ਹੀ ਇਹਦੇ ਘਰ ਵਾਲਾ, ਇਸ਼ਨਾਨ ਕਰ ਤੋਂ ਇਤਨਾ ਹੋਇਆ। ਪੰਜਵੇਂ ਪਾਤਸ਼ਾਹ ਕਹਿੰਦੇ ਜਰਾ ਕਿ ਠਹਿਰੋ, ਖੜੋ। ਧਿਆਨ ਕੀਤਾ ਨਾਨੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ। ਮਹਾਰਾਜ ਕਿਸ ਤਰ੍ਹਾਂ ਗੱਲ ਹੈ ਇਹ? ਕਹਿੰਦੇ ਠੀਕ ਹੈ, ਸਾਨੂੰ ਤੀਜੇ ਪਾਤਸ਼ਾਹ ਜੀ ਨੇ ਸੇਵਾ ਕਰਨ ਵਾਸਤੇ ਭੇਜਿਆ ਸੀ। ਅਸੀਂ ਤਾਲ ਖਟਵਾਇਆ ਕੱਚਾ, ਫਿਰ ਸਾਨੂੰ ਸੱਦ ਲਿਆ ਸੀ ਸੱਚਖੰਡ ਜਾਣ ਤੋਂ ਪਹਿਲਾਂ ਹੀ। ਉਹ ਵਰਖਾ ਹੋਣ ਤੋਂ ਉੱਥੇ ਪਾਣੀ ਪਿਆ। ਉਹ ਠੀਕ ਹੈ, ਅੱਜ ਦੇ ਦਿਨ ਲੋਕ ਕੋੜ ਹਟਿਆ। ਸੱਦਿਆ ਪੰਜਵੇਂ ਪਾਤਸ਼ਾਹ ਨੇ ਦੂਣੀ ਚੰਦ ਨੂੰ, ਕੋੜੀ ਦੇ ਪਿਓ ਨੂੰ। ਉਹ ਝਾਕੀ ਜਾਂਦਾ ਸੱਜੇ ਖੱਬੇ। ਰਾਜਨ ਕਿਉਂ ਸੋਇਆ ਨੀਂਦ ਭਰੇ ਜਾਤ ਕਤ ਨਹੀਂ। ਕੀ ਆ ਗਿਆ ਤੈਨੂੰ ਨੀਂਦ ਆਦੀ? ਤਾਂ ਝਾਕਦਾ ਕੀ ਗੱਲ ਹੈ? ਉਹ ਕਰਾਂ ਕੀ, ਮੁੰਡਾ ਹੈ ਨਹੀਂ। ਰਾਜ ਪਾ ਕੇ ਕਹਿੰਦੇ ਉਹ ਪਤਾ ਨਹੀਂ ਲੱਗਿਆ ਤੈਨੂੰ? ਇਹ ਕੋੜਾ ਕਲੰਕੀ ਹੁਸਨ ਜੋਬਨ ਵਾਲਾ, ਇਹਦੇ ਸੱਤ ਨੂੰ ਪਾਗਲ ਗਿਆ। ਹਾਲੇ ਵੀ ਤੈਨੂੰ ਸਮਝ ਨਹੀਂ ਆ ਰਹੀ ਹੋਏ? ਰਾਜ ਦਵਾਇਆ ਬਾਕਾਇਦਾ। ਲੈ ਕੁੜੀ ਦੇ ਪਤੀ ਨੂੰ ਰਾਜ ਦਵਾਇਆ ਤੇ ਰਾਜ ਦੀ ਮਾਲਕ ਬਣੀ ਹੈ। ਅੱਜ ਦੇ ਦਿਨ ਉੱਥੇ ਇਤਨਾ ਹੋਇਆ ਜੋ ਵਿਸਾਖੀ ਦਾ ਬਹੁਤ ਵੱਡਾ ਭਾਰੀ ਮਹਾਨ ਗੁਰਪੁਰਬ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਦੇਵ ਸਿੱਖੀ ਬੂਟਾ ਲਾਇਆ, ਬਾਗ ਲਾਇਆ। ਸਿੱਖ ਪੂਰਾ ਸੰਪੂਰਨ ਕਰਨ ਵਾਸਤੇ ਮਾਰਿਆ ਸਿੱਖਾ ਜਗ ਨਾਨਕ ਉਜਲ ਪੰਥ ਚਲਾਇਆ। ਦੂਜੇ ਸਰੂਪ ਨੇ ਗੁਰੂ ਅੰਗਦ ਦੇਵ ਜੀ ਨੇ ਐਸ ਸਿੱਖੀ ਸੰਪੂਰਨ ਸਿੱਖ ਬਣਾਉਣ ਤੇ ਪੰਜਾਬੀ ਦੇ ਅੱਖਰ ਪੜ੍ਹ ਕੇ ਬੜਾ ਕੁਝ ਕੀਤਾ। ਤੀਜੇ ਪਾਤਸ਼ਾਹ ਨੇ 22 ਮੰਜੀਆਂ ਦਿੱਤੀਆਂ। ਗੁਰੂ ਬ੍ਰਹਮ ਗਿਆਨੀ 22 ਬਣਾਏ। ਜਿਵੇਂ ਅਕਬਰ ਦਾ ਰਾਜ ਸੀ, 22 ਸੂਬੇ ਸੀ, ਉਹਦੇ ਮੁਕਾਬਲੇ ਉੱਤੇ ਫਿਰ 72 ਪੀੜ੍ਹ ਜਾਂ ਪੀੜ੍ਹੀਆਂ ਬੀਬੀਆਂ ਨੂੰ ਬਖਸ਼ੀਆਂ ਪ੍ਰਚਾਰ ਕਰਨ ਵਾਸਤੇ। ਬ੍ਰਹਮ ਗਿਆਨ ਤੱਤ ਵੇਤਨ ਬੜਾ ਪ੍ਰਚਾਰ ਕਰਕੇ ਸਿੱਖੀ ਦਾ ਬਹੁਤ ਤਕੜਾ ਹੀ ਚੰਗਾ, ਬਹੁਤ ਪ੍ਰਚਾਰ ਕਰੇ ਸਿੱਖੀ ਸਬੂਤ ਬੜਾ ਬਣਾਇਆ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਪੰਜਵੇਂ ਪਾਤਸ਼ਾਹ ਜੀ ਨੇ ਸ਼ਾਂਤਮਈ ਕਿਰਪਾਨੀ ਦੇ ਕੇ ਸੱਤ ਧਾਰ ਦੀ ਆਗਿਆ ਦਿੱਤੀ। ਸ਼ਾਂਤਮਈ ਸਮਾਂ ਬਣੇ, ਇਉਂ ਅਡੋਲ ਰਹਿ ਕੇ ਕੁਰਬਾਨੀ ਕਰਨੀ ਹੈ, ਸ਼ਾਸਤਰਧਾਰੀ ਹੋਣਾ ਹੈ। ਜੋ ਕਹਿਰਤਾਈ ਹੈ ਔਰ ਕਮਜ਼ੋਰੀ ਹੈ, ਇਹ ਸ਼ਾਸਤਰਾਂ ਨਾਲ ਹੀ ਦੂਰ ਹੋਏਗੀ। ਫਿਰ ਪੰਜਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਬਖਸ਼, ਹਰਿਮੰਦਰ ਸਾਹਿਬ ਬਖਸ਼ੇ। ਛੇਵੇਂ ਪਾਤਸ਼ਾਹ ਨੇ ਭੇਟਾਂ ਖੋਈ ਜਾਂਦੇ ਹੈ ਗੁਰਸਿੱਖਾਂ ਦੀਆਂ, ਘੋੜੇ ਖੋਲੇ,
महाराज ने आख्या भी तो फिर ठीक नहीं सिखर होया मेरी भेटा इस तरह नहीं। भाई विधि चंद बहादुर नूं देख लो कसेरा बन के ज्योति बन के कढ़ के लिया छाला मरवाइया। ये सारा कुर्बानी का जज्बा पंजवें पातशाह तो। यह छेवें पातशाह ने इन्ना जंग युद्ध किया, इन्ना जंग युद्ध किया ना को समझदा कहता कौन का पातशाह जालम संगतां दी भेटावां खो के चरकारण वाला जहांगीर सी। ਉਹਦੀ बस कराती बौड़ियां पवातियां दंद खट्टे करते। इस तरह महाराज सच्चे पातशाह ने पूर्व तो दखण चढ़दे लਹਿੰਦੇ तक ऐसी विसाखी मनाई ऐसी ही। वो कहते एक दो रंग जा सिटना हो रहे होलियां दी तो ऐसा विसाखी मनाई ऐन अपनी आन शान। सदा जो गुलामी दे विच नींव पा के तुरन वाले सन उन्हां नूं स्वाभिमान हो के तुरन दी जाच दसी। इस तरह नौवें पातशाह ने कहते पूर्ण सिख बनाना पूर्ण या जिमें कोई ना बागबान फलदार बगीचा लाने वास्ते प्योंद दिंदा है छटियां वढ़ के लांदा प्योंद। इतना बगीचा ही लाया खालसा वीर सी जो सुख देने वाला है। सुख रूप फल लगता इनू शांति देने वाला है। इस तरह कलगीधर शहनशाह पिता जी ने जो पुरातन मर्यादा चली आ रही सी पूर्ण सिख जान दी ਉਹਦੇ वास्ते एक बड़ा भारी इकट्ठ किया 1754 विक्रमी संमत अज दे दिन। दूर दरेडे चिट्ठियां हुक्मनामे भेजे काबल गंधार धनी के माझा मालवास आ रही। आओ गुरमुखो साथ लेके आओ घोड़े चढ़ के आओ पुजो इत्थे। आ गए अनंदपुर बड़ा इकट्ठ हो गया। महाराज सच्चे पातशाह ने संगतां ने निगाह पा के देखा अंबिया दृष्टि करके संगतां दे जे डिठे बजोग चुकते बछोड़े चुकते गुरु महाराज साहब जी बहुत मेहर नाल तक्या। महाराज ने ये डिठे लैन बजोगा जियो जानो जान का बिछड़ा मिले। फिर देखा भी ये संगतां अमृत छकन दी प्यासियां हैं इन्होंने अमृत छकाई है। रात नूं संगत अन्न पानी छक के बराज गया। गुरु साहब भी अमृत वेले उठे। महाराज ते पातशाह रोज की क्रिया की दातन करना सारा करके स्नान पान सूर्य चमकर तो निवास स्थान ते जिले घोड़े ते सवार हो गए। कैस कर तख्त नूं आ रहे हैं। संगतां देखते कि बहुत दर्शन डिठे लैन बजोगा जी जो बड़ा कुछ लाभ ले रही हैं। बहुत प्रेम कर रही सत्कार लाते हुए केसगढ़ तख्त आ गए। आदिवार के कीर्तन थोड़े संपूर्ण हो गए। कलगीधर ने आख्या करो गुरु सिखो तंबू लाओ कनातां लाओ चंगी मजबूत यकदम लाई गई। फिर कलगीधर जी ने बिजली नालों भी तेज चमकती हुई श्री साहब खलो के तख्त उत्ते राजगद्दी सुभायमान खलो के वंगारे शेर की आवाज नालों बहुत गहर आवाज बदल के गजन नालों बहुत ज्यादा ही आवाज उच्ची। 9.5 लाख का इकट्ठ से इतिहार कहते 10 लाख का इकट्ठ सी। महाराज लगे खालसा जी
ਅਸੀਂ ਖਾਲਸਾ ਪੰਥ ਵੀਰ ਰਸੀ, ਸਵੈ ਧਰਮ ਦੀ ਹੋਰਾਂ ਦੀ ਰੱਖਿਆ ਕਰਨ ਵਾਲਾ ਐਸਾ ਬਣਾਉਣਾ ਹੈ। ਉਹਦੇ ਵਾਸਤੇ ਸਾਨੂੰ ਇੱਕ ਸੀਸ ਦੀ ਲੋੜ ਹੈ। ਜਦੋਂ ਗੁਰਾਂ ਨੇ ਗੱਲ ਆਖੀ ਨਾ, ਸੀਸ ਦੀ ਲੋੜ, ਕਿਰਪਾਨ ਚਮਕੀ ਬਿਜਲੀ ਤੋਂ ਤੇਜ਼ ਲਿਸਕੀ, ਜਿਹੜਾ ਚਾਅ ਸੀ ਬੱਲੇ ਸਾਨੂੰ ਦੂਰੋਂ ਰੇਡੇ ਤੋਂ ਸੱਦਿਆ ਹੈ। ਪਤਾ ਨਹੀਂ ਕੀ ਕੋਤ ਕਰ, ਕੋਈ ਨਿਉਂਦਾ ਮਠਿਆਈ, ਕੋਈ ਚੰਗੇ ਮਾਲ ਪੜੇ, ਕੋਈ ਛਕਾਣਗੇ, ਤਾਂ ਹੋਰੇ ਗੱਲ ਨਿਕਲੀ। ਜਿਸ ਤਰ੍ਹਾਂ ਵਰਕਾ ਪੈਣ ਤੋਂ ਮਿੱਟੀ ਘਟਾ ਦਬ ਜਾਂਦਾ ਨਾ, ਜਿਹੜਾ ਉਸਤਾਦ ਉਤਸ਼ਾਹ ਸੀ, ਖੁਸ਼ੀ ਸੀ, ਉਹ ਤਾਂ ਸਾਰੀ ਛਾਈ ਮਾਈ ਹੋ ਗਈ। ਉਹ ਖਮੋਸ਼ੇ ਹੋ ਗਏ। ਫਿਰ ਮਹਾਰਾਜ ਨੇ ਬੁਲੰਦ ਆਵਾਜ਼, ਸ਼ੇਰ ਦੀ ਗਰਜ ਵਾਂਗ, ਬਦਲੀ ਗੰਜ ਉੱਚੀ ਵਾਰ, ਹੈ ਕੋਈ ਪਰਮੀ ਗੁਰੂ ਘਰ ਸੀਸ ਦੀ ਲੋੜ ਹੈ, ਸੀਸ ਦੇਵੇ। ਉੱਠਿਆ ਨਹੀਂ। ਵਿਚਾਰਦੇ ਆ ਗੁਰੂ ਸਾਹਿਬ ਨੇ ਗੁਰੂ ਪਰ ਕੀਤੇ, ਗੁਰੂ ਅੰਗਦ ਦੇਵ ਜੀ ਸਿੱਖ ਨਿਕਲੇ ਸੀ। ਹੁਣ ਵੇਖੋ ਤੀਜੀ ਵਾਰ ਆਵਾਜ਼ ਦਿੱਤੀ, ਭਾਈ ਦਇਆ ਰਾਮ ਛਤਰੀ, ਲਾਹੌਰ ਦਾ ਰਹਿਣ ਵਾਲਾ, ਭਗਵਾਨ ਹੋਏ ਨਾ, ਭਗਵਾਨ ਰਾਮ ਚੰਦਰ ਜੀ ਉਹਨਾਂ ਦਾ ਲਹੂ ਪੁੱਤਰ ਹੋਇਆ, ਉਹਦਾ ਰੂਪ ਸਨ। ਅੱਗੇ ਵਧਿਆ, ਮਹਾਰਾਜ ਸਿਰ ਹਾਜ਼ਰ ਹੈ। ਕਹਿੰਦੇ ਚੰਗਾ, ਇਉਂ ਦੱਸ ਬਈ, ਕੋਈ ਬਿਮਾਰੀ ਤਾਂ ਨਹੀਂ, ਘਰ 'ਚ ਕਲੇਸ਼ ਤਾਂ ਨਹੀਂ, ਕਿਸੇ ਗੱਲ ਤੋਂ ਤੰਗ ਤਾਂ ਨਹੀਂ? ਨਹੀਂ ਮਹਾਰਾਜ। ਆਪ ਜੀ ਨੇ ਸੀਸ ਲਿਆ, ਲੈਣ ਵਾਸਤੇ ਆਖਿਆ, ਮੈਂ ਤਿਆਰ ਹਾਂ। ਬਾਂਹ ਪਕੜ ਕੇ ਅੰਦਰ ਲੈ ਗਏ। ਖੱਚ ਦੀ ਕਿਰਪਾਨ ਹੋਈ ਚਲਾਤੀ, ਕੰਡਾਤ ਦੇ ਹੇਠਾਂ ਦੀ ਖੂਨ ਆ ਰਿਹਾ ਨਿਕਲਿਆ। ਦੇਖਿਆ ਖੜਾ ਚਵਾ ਸੁਣੀ, ਤਾਂ ਫਿਰ ਕੰਬਣੀ ਛਿੜ ਗਈ, ਬੁਰਾ ਹਾਲ ਹੋ ਗਿਆ। ਕਈ ਤਾਂ ਐਸੇ ਜਿਹੜੇ ਕੰਡਾਤਾਂ ਕੋਲ ਨੇੜੇ ਕੈਰ ਦਿਲ ਜੇ ਡਰਕੋਪ ਜੇ, ਜਿਨ੍ਹਾਂ ਨੂੰ ਕੈਰ ਤਾਈ ਇਹ ਚੰਗੀ ਲੱਗਦੀ ਹੈ, ਡਰੋਕਪਣਾ, ਸੂਰ ਬਹਾਦਰੀ, ਪੂਰਾ ਖਾਲਸਾ ਪੂਰਨ ਬਣਨਾ ਨਹੀਂ ਲੱਗਦਾ। ਉਹ ਤਾਂ ਹਰਨਾਂ ਨੂੰ ਮਾਤ ਪਾ ਕੇ ਤੇ ਪੈਰ ਲੱਗਦਾ ਹੀ ਨਹੀਂ, ਉਹ ਡੰਤਰੇ ਹੋ ਗਏ। ਬਹੁਤ ਸਾਰੇ ਭਜਨ ਉੱਠ ਗਏ। ਮਹਾਰਾਜ ਨੇ ਫਿਰ ਦੂਜੀ ਬਾਤ ਦਿੱਤੀ। ਤੀਜੀ ਬਾਤ ਹੈ ਉਹ ਧਾਰਮ ਸਿੰਘ, ਇਹ ਧੰਨਾ ਭਗਤ ਜੀ ਹਨ। ਧੰਨਾ ਭਗਤ ਲਾਹੌਰ ਦੇ ਰਹਿਣ ਵਾਲੇ ਹੈ, ਦਿੱਲੀ ਦੇ। ਕਹਿੰਦੇ ਹੈ ਜਿੱਥੇ ਇਹਨਾਂ ਦਾ ਖੋਹ ਲਾਲ ਕਿਲਾ ਜਾ, ਕਹਿੰਦੇ ਨੇ ਲਾਲ ਕਿਲਾ ਜਾ, ਉੱਥੇ ਨੇੜੇ ਤੇੜੇ ਸਰਕਾਰ ਦਾ, ਉੱਥੇ 5-6 ਮੀਲ ਤੇ ਇਹਨਾਂ ਦਾ ਘਰ ਸੀ, ਜਿੱਥੇ ਕਿ ਪਰਮਾਤਮਾ ਨੇ ਹਲਟ ਹੱਕਿਆ, ਕਿਆਰੇ ਮੋੜੇ, ਸਾਰਾ ਕੁਝ ਉਹ ਸੀ। ਇਹ ਦਿੱਲੀ ਦੇ ਰਹਿਣ ਵਾਲੇ, ਇਹਨਾਂ ਨੇ ਸੀਸ ਭੇਟਾ ਕੀਤਾ। ਮਹਾਰਾਜ ਬਈ ਅੱਖ ਜੀ ਬਚਾ ਕੇ ਬਹੁਤ ਡਰ ਗਏ। ਜਿਵੇਂ ਪਾਣੀ ਵਿੱਚ ਗਹੀੜ ਫਸੀ ਹੁੰਦੀ ਨਾ, ਗਹੀੜ ਪਾਉਣੀ, ਇਸ ਤਰ੍ਹਾਂ ਗੋਡਿਆਂ ਵਿੱਚ ਮੂੰਹ ਫਸਾਤਾ। ਉਹ ਪ੍ਰਤੀਤ ਨਹੀਂ ਹੋ ਰਹੇ ਵੀ ਜਿਉਂਦੇ ਹੁਣ। ਇਹ ਪ੍ਰਤੀਤ ਹੁੰਦਾ ਪੱਥਰਾਂ ਦੀ ਮੂਰਤੀਆਂ ਹੋਣੀਆਂ, ਪਰ ਜਿਉਂਦਿਆਂ ਦੀ ਇੱਕ ਨਿਸ਼ਾਨੀ ਸੀ। ਅਫਸੋਸ ਵਿੱਚ, ਗਮ ਵਿੱਚ, ਬੋਲਾਂ ਤੇ ਸਿੱਕੜੀਆਂ ਦੀ ਸੀ, ਜੀਭ ਨਾਲ ਉਹ ਲਾਂਦੇ ਆ ਜਿਉਂਦੇ ਨਿਸ਼ਾਨੀ ਸੀ, ਨਹੀਂ ਤਾਂ ਮੂਰਤੀਆਂ ਵਾਂਗ। ਤੀਜੀ ਵਾਰ ਦਿੱਤੀ। ਫਿਰ ਭਾਈ ਹਿੰਮਤ ਸਿੰਘ ਜੀ ਜਗਨਨਾਥਪੁਰੀ, ਉੜੀਸਾ ਸਾਈਡ, ਇਹਨਾਂ ਦਾ ਜਨਮ ਬਾਬੇ ਬਕਾਲੇ ਹੋਇਆ ਹੈ। ਚੀਵਰ ਸਨ। ਇਹ ਚਤਰਭੁਜੀ ਹੋਇਆ ਜਾਨਵਰ, ਚੰਦਰ ਕਮੋਨੀ ਸੀ ਇੱਕ,
ਇਹ ਫੰਦਕ ਸੀ ਪਿਛਲੇ ਜਨਮ ਵਿੱਚ। ਚੰਦਰ ਮੁਨੀ ਦੀ ਮਨੌਤ ਕਰ ਗਿਆ, ਇਹਨੂੰ ਸ਼ਿਕਾਰ ਜਾ ਬੋੜਾ ਮਿਲ ਗਿਆ, ਲਿਆ ਕੇ ਰੱਖਿਆ। ਬੋਲੇ ਉਹ ਕੀ ਕੀਤਾ ਤੂੰ? ਤੁਹਾਡੀ ਮਨੌਤ ਫਰੀ ਹੈ। ਆ ਦੇਖੋ, ਕਹਿੰਦੇ ਓਏ ਜੇ ਸਾਡੀ ਮਨੌਤ ਪ੍ਰਫੁੱਲਤ ਹੋ ਗਈ ਲੱਗੀ ਹੈ, ਨੁਕਸਾਨ ਵੀ ਕਰ ਦਿੰਦੇ ਫਿਰ ਤੇਰਾ। ਉਹ ਨਾ ਨਾ, ਕਹਿੰਦੇ ਇਉਂ ਕਰ ਫਿਰ ਤੂੰ। ਚਤਰਭੁਜੀ ਜਾਨਵਰ ਪਕੜ ਕੇ ਲਿਆ। 7 ਵਜਨ ਜੀ ਸਵੇਰੋਂ ਆ ਗਿਆ, ਸਵੇਰ ਦਾ ਨਿਕਲਿਆ, ਘਰ ਨੂੰ ਕਹਿੰਦਾ ਅੰਨ ਪਾਣੀ ਲੈ ਕੇ ਆਈ। ਤੋਰੀ ਜਾਂਦਾ ਫੇਰੀ ਜਾਂਦਾ, ਘਰ ਵਾਲਾ ਹੀ ਕੀ ਲੱਭਦਾ? ਚਤਰਭੁਜੀ ਜਾਨਵਰ ਕਹਿੰਦੇ ਸੁਣਿਆ ਹੀ ਨਹੀਂ, ਅੱਜ ਤੱਕ ਕਿਸੇ ਨੇ ਆਖਿਆ ਹੀ ਨਹੀਂ, ਹੈ ਹੀ ਨਹੀਂ। ਜੇ ਹੈ ਨਹੀਂ ਕਿੱਥੋਂ ਭਾਲਦਾ ਹੈ? ਸਾਧੂ ਨੇ ਮਖੌਲ ਤੋਂ ਕੀਤਾ ਟੀਚਰ ਕਹਿੰਦੇ, ਸਾਧੂ ਮਖੌਲ ਕਰਦੇ। ਸਾਧੂ ਬੋਲੇ ਸਹਿਸਵਾ ਹੈ ਹੋਵੇਗਾ, ਉਹਨੇ ਹੀ ਮਾਰ ਲਿਆ, ਉਹ ਤਾਂ ਭੱਜ ਗਈ। ਫਿਰ ਇੱਕ ਵਾਰ ਦਿਖਾਈ ਦੇ ਕੇ ਨਾ ਫੇਰ ਪਕੜਾਈ ਨਹੀਂ ਦਿੰਦਾ, ਛੁਰਾ ਮਾਰ ਕੇ ਮਾਰ ਲਿਆ ਚਿਕਾ ਬਣਾ ਕੇ, ਫਿਰ ਫਸ ਗਈ ਕੰਡੇ ਕੁੰਡੇ। ਚਤਰਭੁਜੀ ਬਣ ਗਿਆ ਜਾਨਵਰ ਚਾਰ ਪੂਜਾ ਵਾਲਾ। ਚੰਗ ਮੁੰਡਿਆ ਕੋ ਮਹਾਰਾਜ ਤੁਹਾਨੂੰ ਕੀ ਮੁਸੀਬਤ ਪਈ ਸੀ, ਕਿਉਂ ਕੰਡੇ ਹੈ ਇੱਥੇ ਮੁੰਡਿਆਂ ਤੋਂ ਚੁੱਕਿਆ? ਕਹਿੰਦੇ ਤੂੰ ਆਖਿਆ ਸੀ ਤਾਂ ਉਹ ਸੀ ਜਿਹਨੂੰ ਰੱਬ ਦੇ ਦਰਸ਼ਨ ਹੋਏ ਹੈ, ਉਹ ਹਿੰਮਤ ਸਿੰਘ। ਅੱਗੇ ਸਾਹਿਬ ਸਿੰਘ, ਹਿੰਮਤ ਸਿੰਘ, ਸਾਹਿਬ ਸਿੰਘ। ਸਾਹਿਬ ਸਿੰਘ ਉੱਠਿਆ, ਮੋਹਕਮ ਸਿੰਘ ਉੱਠਿਆ, ਕਹਿੰਦੇ ਸਿਰ ਹਾਜ਼ਰ ਹੈ। ਇਹਨੂੰ ਲੱਗੇ ਰੌਲਾ ਪੈ ਗਿਆ। ਜਿਹੜੇ ਨਾ ਪਹਾੜ ਦੀ ਚੋਟੀ ਵਾਂਗ ਮਸੰਦ ਬੈਠੇ ਫੁੱਲੇ ਹੋਏ, ਸ਼ਰਾਬਾਂ ਮਾਸ ਖਾ ਕੇ ਪਲੇ ਹੋਏ, ਮਹਾਰਾਜ ਤਾਂ ਇਹਨੂੰ ਅੰਦਰ ਲੈ ਗਏ ਮੋਹਕ ਸਿੰਘ ਨੂੰ। ਉਹ ਭੱਜੇ ਗਏ, ਦੇਖਿਆ ਦਮਦਾਨ ਬਸ। ਮਹਾਰਾਜ ਸੋਚਦੇ ਇਹਨਾਂ ਡਰਕੋਪਾਂ ਨਾਲ ਭਜਾ ਜਿਹੜੇ ਅਸਲੀਆਂ ਉਹਨਾਂ ਦਾ ਨੱਠਣਾ ਕੀ ਹੈ? ਇਹਦਾ ਸੀਸ ਲਿਆ ਮੋਹਕ ਸਿੰਘ ਦਾ। ਇਹ ਛਿੰਬਾ ਨਾਮਾ ਬੰਸੀ ਦਰਜੀ ਕਾਠੀਆਵਾੜ ਦਾ ਸੀ। ਫਿਰ ਭਾਈ ਮੋਹਕਮ ਸਿੰਘ ਇਹ ਸੈਨ ਆਈ ਹੋਇਆ, ਸੈਨ ਆਈ ਬੁਤਕਾਰੀਆ। ਲੋਧੀ ਰਾਜੇ ਨੂੰ ਧਰਮੱਛੀ ਲੱਗਦੀ, ਸਾਂਤ ਨਹੀਂ ਆਉਂਦੀ ਸੀ। ਇਹਦੀ ਇੰਨੀ ਭਗਤੀ ਸੈਨ ਆਈ ਦੀ, ਸੋਤੇ ਬਾਈ ਚਾਂਸ ਕਿਸੇ ਨੂੰ ਹੱਥ ਲਾਵੇ ਠੰਡ ਵੜਦੀ, ਉਹ ਸਾਂਤ ਹੋ ਜਾਂਦੀ, ਬੁਕਾਰ ਦੇ ਵੀ ਥੰਮ ਜਾਂਦੇ ਸੀਗੇ। ਕਿਸੇ ਨੇ ਆਖਿਆ ਤੂੰ ਸੜਦਾ ਮਰ ਜਾ, ਇਸ ਤਰ੍ਹਾਂ ਇਹਨਾਂ ਮੁੱਠੀ ਚਾਬੀ ਦੇ ਬਹਾਨੇ ਲਾ ਲਿਆ। ਮੁੱਠੀ ਚਾਬੀ ਕਰ ਦੋ, ਨੀਂਦ ਇਹਨੂੰ ਆਉਂਦੀ ਹੈ ਰਾਜੇ ਨੂੰ। ਕੀਰਤਨ ਇੱਕ ਦਿਨ ਘਰ ਵਿੱਚ ਸੰਤ ਪ੍ਰਾਹੁਣੇ ਆ ਗਿਆ, ਆਏ ਨਹੀਂ। ਕਹਿੰਦੇ ਤਾਰੂ ਤੂੜੂ ਆ ਗਿਆ ਸਵੇਰੇ, ਅੱਜ ਮੈਂ ਆ ਨਹੀਂ ਸਕਿਆ। ਕਹਿੰਦੇ ਗਿਆ ਉਹ ਹੁਣ ਤੈਨੂੰ ਇਸ਼ਨਾਨ ਕਰਾਏ ਤਾਂ ਇੱਥੇ ਸੀਗਾ, ਉਹ ਬਹਤਰ ਬਦਲੇ ਤੂੰ ਇੱਥੇ ਸੀਗਾ। ਕਹਿੰਦੇ ਵੀ ਮੇਰੇ ਥਾਂ ਮੇਰਾ ਰੂਪ ਧਾਰ ਕੇ, ਇਹ ਤਾਂ ਰੱਬ ਨੇ ਇਹੋ ਜਿਹਾ ਕੁਝ ਕੀਤਾ। ਉਹ ਮੇਰਾ ਐਸਾ ਅੱਜ ਦਾ ਤੁਸੀਂ ਮੁੱਠੀ ਚਾਹੇ ਉਹ ਰੋਗ ਹੀ ਨਹੀਂ ਰਿਹਾ। ਉਹ ਰੋਗ ਚੁੱਕਦਾ ਸੋਚਦਾ ਵੀ ਬੰਦਾ ਤਾਂ ਰੋਗ ਗਵਾ ਨਹੀਂ ਸਕਦਾ। ਇਹ ਤਾਂ ਰੱਬ ਨੇ ਮੇਰੀ ਨਰਾਦਰੀ ਨਾ ਹੋਵੇ, ਉਹ ਗੱਲ ਕੀਤੀ ਰੱਬ ਨੇ। ਉਹ ਕਹਿੰਦੇ ਰਾਜ ਕੀਤਾ, ਜੀਵਨ ਦਿੱਤਾ, ਅੱਧਾ ਰਾਜ ਲੈ। ਇਹ ਮੱਲਾ ਮੱਲੇ ਕਹਿੰਦੇ ਮੈਂ ਰਾਜ ਕੀ ਕਰਨਾ? ਉਹ ਬਿਠਾਇਆ, ਡਿੱਗ ਗਿਆ। ਕਹਿੰਦਾ ਪਰਮਾਤਮਾ ਮੈਨੂੰ ਦਰਸ਼ਨ ਨਹੀਂ ਦਿੱਤੇ, ਇਹ ਰਾਜ ਦਾ ਰੋਗ ਹੀ ਗਵਾਤਾ। ਇੱਕਦਮ ਪਰਮਾਤਮਾ ਕਹਿੰਦਾ ਲੈ ਰਾਜ ਦਾ, ਮੈਂ ਤੇਰੇ ਕੋਲ ਹਾਂ। ਇਉਂ ਇਹਨਾਂ ਨੇ ਸੇ ਦਿੱਤੇ। ਪ੍ਰੇਮ ਦੇ ਕੁਠਾਲੇ ਵਿੱਚ ਪਾ ਕੇ 12 ਬਣੇ ਤੇ ਬਣਾ ਤੇ ਸੁੱਧ। ਫਿਰ ਭਾਈ ਸਵੇਕ ਸਿੰਘ ਜੀ ਹੋਏ ਹੈ, ਕਲਗੀਧਰ ਦੇ ਨੀਤ ਕੀਤੇ ਗ੍ਰੰਥੀ। ਉਹਨਾਂ ਨੂੰ ਗੁਰਪਦ ਪ੍ਰੇਮ ਪ੍ਰਕਾਸ਼ ਗ੍ਰੰਥ ਬਣਾਇਆ ਹੈ। ਉਹ ਕੋਲ ਸੀ, ਉਹ ਲਿਖ ਰਹੇ हैं ਗੁਰਪਦ ਪ੍ਰੇਮ ਗ੍ਰੰਥ ਵਿੱਚ 1500 ਸੰਮਤ ਵਿੱਚ, ਪਰ 1800 ਵਿੱਚ ਉਹਨਾਂ ਨੇ ਈਸਵੀ ਵਿੱਚ ਪੂਰਾ ਕੀਤਾ। 3 ਸਾਲ ਬੜੀ ਮਿਹਨਤ ਕੀਤੀ ਹੈ।
ਉਹ ਲਿਖਦੇ ਗੁਰੂ ਸਾਹਿਬਾਂ ਦਾ ਤੰਬੂ ਵਿੱਚ ਗੁਰੂ ਗ੍ਰੰਥ ਪ੍ਰਕਾਸ਼ ਕੀਤਾ ਹੋਇਆ ਸੀ। 6ਵੇਂ ਪਾਤਸ਼ਾਹ ਮੀਰ ਪੀਰ ਦੇ ਮਾਲਕ ਦੇ, ਜਿਹੜੇ ਕਿ ਗਾਤਰੇ ਸਜਾਉਣ ਵਾਲੇ, ਸਾਸਤਰ ਸੀ ਸਰੂਪ ਨਾਲ ਸਜਾਉਣ ਵਾਲੇ, ਉਹ ਸਾਰੇ ਸਾਸਤਰ ਜਿਵੇਂ ਰਮਾਲਾ ਉੜਨ ਤੇ ਰੱਖੀ ਦੇ ਤਰ੍ਹਾਂ ਰੱਖੇ ਹੋਏ ਸੀ। ਉਹ ਕਹਿੰਦੇ ਗੁਰੂ ਸਾਹਿਬਾਨ ਹੈ, ਸਤਿਗੁਰੂ ਅੱਗੇ ਸੀਸ ਭੇਟ ਦਿਓ, ਅਰਪਣ ਕੀਤੇ, ਜਾਓ ਤਾਂ ਆਪਣੇ ਸਿਰ ਤਾਲੀ ਗਲੇ ਮੇਰੇ ਆਓ। ਉਹ ਸ੍ਰੀ ਗੁਰੂ ਗ੍ਰੰਥ ਨੂੰ ਭੇਟਾ ਕੀਤੇ ਹਨ। ਫਿਰ ਮਹਾਰਾਜ ਨੇ ਸੰਕਾਂ ਨਾਲ ਰਹੇ ਸੰਗਤਾਂ ਨੂੰ, ਉਹਨਾਂ ਪੰਜਾਂ ਨੂੰ ਹੀ ਆਖਿਆ, ਇਉਂ ਕਰੋ ਗੁਰੂ ਕੋ ਪਿਆਰਿਓ, ਰੱਬ ਦੇ ਪਿਆਰਿਓ, ਪਰਿਆਂ ਦੇ ਕਠਾਲੇ ਵਿੱਚ ਢਾਲੇ ਹੋਏ ਹੋ, 12 ਬੰਦੇ ਸੁੱਧ ਕੀਤੇ ਹੋਏ, ਇਉਂ ਕਰੋ, ਆਪਣੀ ਬਾਹਾਂ ਤੇ ਆਪ ਆਪਣੇ ਸਿਰ ਰੱਖੋ, ਬਾਹਾਂ ਤੇ ਸਿਰ ਤਰਨੋਂ ਲੱਥੇ ਹੋਏ ਰਖਾ ਕੇ ਦਿਖਾਏ ਵੀ ਕਿਸੇ ਨੂੰ ਸੰਕਾਂ ਨਾ ਰਹੇ। ਕਹਿੰਦੇ ਸਿਰ ਦੇਖ ਲੈ, ਠੀਕ ਹੈ ਜੀ। ਸਰਜੀਤ ਧੜ ਨਾਲ ਕਿਵੇਂ ਲੱਗ ਗਏ? ਕੋਈ ਸਵਾਲ ਕਰੇ ਕਰਨਾ ਨਹੀਂ ਚਾਹੀਦਾ। ਗੁਰਬਾਣੀ ਇੱਕ ਐਸੀ ਚੀਜ਼ ਹੈ, ਜਿਵੇਂ ਸੂਰਜ ਨੇੜੇ ਨੂੰ ਡੁਬਾਉਂਦਾ ਸੰਕਾਂ ਨੂੰ ਇਉਂ ਉਡਾ ਦਿੰਦੀ ਹੈ, ਜਿਵੇਂ ਮੁਸ਼ਕਪੂਰਨ ਹਵਾ ਡਾਲਦੀ ਹੈ ਇਉਂ ਡਾਲਦੀ ਹੈ। ਮਿਰਤ ਕੋ ਪਾਇਓ ਤਨ ਸਾਸਾ ਬਿਸ਼ਤਾਨ ਮਲਾਇਆ, ਪਰਾ ਪਾ ਬਿਨ ਸਾਤ ਰੱਖ ਹੈ, ਮੌਜ ਹੈ। ਗੁਰੂ ਸਾਹਿਬਾਂ ਨੇ ਅੰਮ੍ਰਿਤ ਤਿਆਰ ਕੀਤਾ। ਕੈਰਤਾ ਇਹ ਤਾਂ ਗਲੀਤਾ ਹੀ ਅੱਗੇ ਬਹੁਤ ਸੀ, ਪਰ ਪੂਰਨ ਮਨੁੱਖ ਬਣਾਉਣ ਵਾਸਤੇ ਇਹ ਕਿਵੇਂ? ਕਹਿੰਦੇ ਸੰਗਤ ਆਈ ਦਮਦਮੇ, ਕਾਫੀ ਸੰਗਤ ਆਈ ਲਾਹੌਰ ਦੀ। ਕਹਿੰਦੇ ਵੀ ਸਾਡੇ ਪਿਤਾ ਜੀ ਨੇ ਕਿਵੇਂ ਸਾਥ ਦਿੱਤੀ ਹੈ, ਕਿਵੇਂ ਗੱਲਬਾਤ ਹੋਈ ਹੈ। ਸੰਗਤ ਆਖਲ ਕੇ ਮਹਾਰਾਜ ਗੱਲ ਹੋਈ ਹੈ, ਦੁਪਹਿਰ ਦੇ 12:15 ਵਜੇ ਕੇਸਵਲ ਦਾ ਪਾਠ ਹੋਈ ਤਾਂ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕੀਤਾ। ਸਿਹਤ ਤਾਂ ਉਹਨਾਂ ਦਾ ਭਾਈ ਜੀਵਨ ਸਿੰਘ ਦੇ ਪਹਿਲਾਂ ਹੀ ਦੱਸਿਆ ਸੀ, ਵਾਰ ਕਰਨ ਤੋਂ ਪਹਿਲਾਂ ਝੋਲੀ ਵਿੱਚ ਚਲੇ ਗਿਆ, ਕਿਰਪਾਨ ਤਾਂ ਖੁੰਡੀ ਹੋ ਗਈ। ਇਹ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਦੇਵ ਨੇ ਬਗੀਚਾ ਲਾਇਆ, ਸੁਖ ਰੂਪ ਦੇਣਾ ਬਗੀਚਾ ਕਹਿ ਦਿਓ, ਪੂਰਨ ਸਿੱਖ ਬਣਾਉਣ ਵਾਸਤੇ 9ਵੇਂ ਪਾਤਸ਼ਾਹ ਨੇ ਖੂਨ ਦਾ ਪਾਣੀ ਪਾਇਆ। ਸਾਹਿਬਜ਼ਾਦਾ ਖੂਨ ਕੇ ਨਿਉ ਪੱਕੀ ਕੀਤੀ ਇਹਦੀ ਬਹੁਤ ਮਜ਼ਬੂਤ। ਇਸ ਤਰ੍ਹਾਂ ਮਹਾਰਾਜ ਨੇ ਜਿਹੜੀ ਚੰਗੀ ਚੰਗੀ ਚੀਜ਼ਾਂ ਪਵਿੱਤਰ ਉਹ ਖਾਲਸੇ ਨੂੰ ਦਿੱਤੀ, ਪੂਰਾ ਸਿੱਖ ਬਣਾਉਣ ਵਾਸਤੇ ਪੂਰਾ। ਦੇਖੋ ਖਾਣਿਆਂ ਵਿੱਚੋਂ ਕੜਾਹ ਸਭ ਤੋਂ ਵਧੀਆ ਚੀਜ਼ ਹੈ, ਕੜਾਹ ਦਿੱਤਾ। ਧਾਤਾਂ ਵਿੱਚੋਂ ਸਾਰਿਆਂ ਵਿੱਚੋਂ ਜ਼ਬਰਦਸਤ ਧਾਤ ਲੋਹਾ ਹੈ, ਲੋਹੇ ਦਾ ਵਾਟਾ ਹੈ, ਲੋਹੇ ਦਾ ਕੜਾ ਜਿਗਰ ਨੂੰ ਤਾਕ ਦਿੰਦਾ ਹੈ। ਬੇਨੀਬੰਦ ਸ਼ਾਸਤਰ ਹੈ, ਮੁਆਰੀ ਦਾ ਹੈ, ਲੱਗ ਵੀ ਜਾਂਦਾ ਹੈ। ਗੁਰੂ ਅੱਗੇ ਵਾਅਦੇ ਕੀਤੇ ਦਾ ਪਾਲਣਾ ਹੈ ਅਤੇ ਸਿੱਖਿਆ ਦਿੰਦਾ ਹੈ। ਮਨ ਨੂੰ ਕੜਨਾ ਹੈ, ਇੰਦਰੇ ਰੋਕਣੇ ਹਨ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਟੇ ਵਿੱਚ ਖੰਡਾ ਫੇਰ ਰਿਹਾ। ਖੰਡਾ ਫੇਰਨ ਦਾ ਮਤਲਬ ਹੈ ਲੋਹੇ ਦੀ ਧਾਤ ਹੈ, ਉਹ ਦਿਲ ਨੂੰ ਤਾਕਤ ਵੜਾ ਦਿੰਦਾ ਹੈ। ਤਾਂ ਬਾਟਾ ਲਿਆ ਹੈ ਅਤੇ ਸਾਰੀ ਤਾਕਤਾਂ ਵਿੱਚੋਂ ਵੱਡੀ ਤਾਕਤ ਕੀ ਹੈ? ਅੰਮ੍ਰਿਤ ਦੀ। ਉਹ ਸਿੱਖਾਂ ਨੂੰ ਬਖਸ਼ ਰਹੇ ਮਹਾਰਾਜ। ਸਾਰਾ ਲੋਕ ਕਲਿਆਣ ਕਰਨ ਵਾਲੀ ਸਾਰੀ ਬਾਣੀਆਂ ਕੁਰਾਨ ਸਾਰਾ ਤੋਂ ਵੱਡੀ ਕੀ ਹੈ? ਉਹ ਗੁਰੂ ਗ੍ਰੰਥ ਸਾਹਿਬ ਤੁਰ ਕੀ ਬਾਣੀ ਹੈ, ਉਹ ਬਖਸ਼ ਕੀਤੀ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀਰ ਆਸਨ ਲਾ ਕੇ ਉੱਨ ਚੰਗੀ ਮੰਨੀਐ, ਪੂਰਾ ਵਿਛਾਇਆ, ਸੁਨਹਿਰਾ ਰੱਖਿਆ। ਵੀਰ ਆਸਨ ਤੇ ਬੈਠ ਕੇ ਖੱਬੇ ਵਿੱਚ ਸ੍ਰੀ ਸਾਹਿਬ, ਸੱਜੇ ਖੰਡਾ ਫੇਰੇ ਜਾਂਦੇ ਹਨ।
पूरी बाणियां पढ़ियां, पूरियां बन के तरौं के पंज पैरों के सरां नाल सिर हरे भरे हो गए लग गए। फिर महाराज सच्चे पातशाह ने पंज प्रवान पंचे पावै दरगे राम, जिवें मर्यादा है। पंज प्यारे ना, एक प्यारे नूं अगे खड़े कर लेना, ਜਿਹੜੇ बाकी दे चार सी आपने बराबर खड़े कर लेने। इउं विधि नाल मूँह विच अमृत पा रहे हैं ਅਤੇ दिमाग ते मत्थे ते अमृत काहदे वास्ते है? मत्था एक ज्ञान का केंद्र है, ਇਹਦੀ बदली किते कैरता ही डरकोपुना वीर असी नहीं आना सी। इतना नेत्र रूहानी ताकत दे रहे महाराज सच्चे पातशाह। बाणी उच्ची पढ़न का मतलब है असर होए बाणी का, जिवें आपां कुंभ दा घड़ा रखते हैं। निगाह विच है हृदय ते पंज पैरां नूं अमृत दा वाटा निगाह रखनी, वो काहदे वास्ते है? बहाली रहत भी पंज पैरां दी ठीक होनी चाहिए। रूहानी ताकत दे रूहानी जब तक संजम करनी, जब तक पाठ पूजा वो अंदरली ताकत नेत्रा राही पवे। इस तरह महाराज सच्चे पातशाह ने सारी शिक्षा सुनाई। कृपान स्वै धर्म की रक्षा करने वाली है। होर दी समा बने गरीब की रक्षा करने वास्ते वरती जा सकती है। इस तरह कछहरा चुहती जात की निशानी है। सारे रोम उतां नूं खड़े होंदे ने, रोमां च दाड़े रोम, ये जीवन मुक्त की निशानी है। अमृत छका के इस तरह महाराज ने बड़ी बख्श की है, पूरी शिक्षा दी, रहत मर्यादा दसी, रहने रहे उस है में उसका चेहरा बड़ा बढ़िया आया। फिर शिक्षा दे के सारा कुछ कमर कसा करके आप खलो गए, कहते लो जी सन विचकाओ। वो महाराज असीं कामपुर दे खाधे हुए हैं, ना ही सिंबे असीं हेठियां सरैणियां दे। तुहाडे की घाट है? अपना सोचो है तुसीं रब ने सर्ग रूप नहीं धारिया, तुहानूं रब रूप नूं सर्ग रूप नूं असीं अमृत छकांदे। कहते हुक्म है उसे दा। फिर प्रेम विच बदे मुक्त हो गए महाराज जी, लवलीन हो गए, जिवें छकांदे छके जांदे। उतनी मर्यादा दसी सारी महाराज नूं, कहते भी असीं तुहाडे बड़े खुश हैं, दसो कोई सेवा। इउं करो अज ते तुसीं अधिकारी हो, अमृत छकाया करो। पंज प्रवान पंज प्रवर तुहानूं अमृत छकाण की सेवा है। होर कोई दसो महाराज जी, मैं हुण खड़े ना सरगुण स्वरूप सामने, इउं खालसे दे अंग संग रहना। बई गल इन्नी है, जो अमरी रह सो रख, गुरबाणी रस नित उठ चख। मैं ताक सत रहो सहायक, दुख कलेश विघन सब कायक। आ वेख लो विघन बड़े कुछ हो रहा। जो बाणी का रस लऊ ਉਹਦੀ सहायता करांगे। इस तरह महाराज ने विसाखी एक पहलुआं ते मना रहे हैं। विसाखी वाले दिन ਜਿਹੜਾ सूरज है ना, ये मेख राग परिवर्त होंदा है, जिथे कि भारतवार की जंतरी चलती है। ऐसे विसाखी वाले दिन जो जनवरी विक्रमाजीत का संमत है, वह भी अज तो ही शुरू होंदा है। ये जिहड़ा विसाखी है, स्कंद पुराण पद पुराण, इन्हां विच विसाखी दे महीने दे स्नान का बड़ा भारी पुन मन्निया है, बहुत ज़्यादा ही।
ਇਹ ਬਸੰਤ ਰੁੱਤ ਦਾ ਦੂਜਾ ਹੀ ਮਹੀਨਾ ਹੈ, ਬੜਾ ਕੁਝ ਹਰ ਪ੍ਰਫੁੱਲਤ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਬਖਸ਼ੀ। ਫਿਰ ਮਾਤਾਵਾਂ ਨੇ ਆਖਿਆ ਸਾਹਿਬਜ਼ਾਦੇ ਨੇ ਸਾਨੂੰ ਵੀ ਦਾਤ ਬਖਸ਼ੋ। ਤਿੰਨੇ ਮਾਤਾ ਨਾਨਕ ਜੀ, ਸਾਹਿਬ ਕੌਰ, ਸੁੰਦਰ ਕੌਰ ਜੀ ਤੇ ਮਾਤਾ ਦੇਵਾ ਕੌਰ ਜੀ। ਫਿਰ ਹੋਰਾਂ ਨੇ ਮੰਗ ਕੀਤੀ। ਬਾਕਾਇਦਾ ਪਿੱਤਲ ਦੇ ਪੱਤਰੇ ਤੇ ਲਿਖਿਆ ਹੋਇਆ ਸੀ 57-56 ਇੱਕ ਆ ਇਨਕਲਾਬ ਲਿਆਂਦਾ। ਇਹਨੂੰ ਇੱਕ ਇਤਿਹਾਸਕ ਦਿਨ ਬਣਾਤਾ ਮਹਾਰਾਜ। ਇਤਿਹਾਸਕ ਸਾਡਾ ਜਨਮ ਹੋਇਆ ਖਾਲਸੇ ਦਾ, ਵੇਖ ਲਓ। ਇਹ ਮਹਾਰਾਜ ਸੱਚੇ ਪਾਤਸ਼ਾਹ ਸਰਬੰਸ ਵਾਰ ਕੇ ਸਾਨੂੰ ਹੇਠਾਂ ਤੇ ਉਤਾਂ ਚੁੱਕਿਆ ਹੈ। ਉਹ ਕਹਿੰਦੇ ਇੰਨੇ ਕਮਜ਼ੋਰ ਹੋਏ, ਸਾਡੇ ਪਿਤਾ ਧਾਰਨ ਕਿਉਂ ਨਹੀਂ ਕਰ ਸਕਦੇ? ਬੱਲੇ ਬੱਲੇ। ਮੱਖਣ ਸ਼ਾਹ ਨੇ ਵੇਲਾਂ ਦਾ ਲਿਆ ਕੇ ਵਗ ਜਾ ਲਿਜਾ ਕੇ ਆਪਣੀ ਛੰਨ ਵਿੱਚ ਵਿਚਾਰੇ ਨੇ ਸੰਸਕਾਰ ਕੀਤਾ ਸੀਗਾ। ਉਦੋਂ ਵਾਅਦਾ ਕੀਤਾ ਕਲਗੀਧਰ ਜੀ ਨੇ, 1.25 लाख से 1 लड़ूं तब गोविंद सिंह नाम कहाँ, चिड़िया तुम्हें बात चढ़ाऊं तब गोविंद सिंह नाम कहाँ। आ वायदा किया सी 9 वरे की उम्र च। ਉਹਨੂੰ ਮਹਾਰਾਜ ਨੇ 33 ਵਰੇ ਦੀ ਉਮਰ ਪੂਰਤੀ ਕੀਤੀ। ਜੋ ਗੁਰੂ ਸਾਹਿਬਾਨ ਆਇਆ ਸਿੱਖ ਪੂਰਾ ਬਣਾਉਣ ਵਾਸਤੇ ਕ੍ਰਾਂਤੀ, ਨਿਸ਼ਕਾਮਤਾ, ਭਗਤੀ ਭਾਵ ਬੜੇ ਗੁਣ ਭਰੇ ਹੋਏ ਸੀ। ਜਿਵੇਂ ਕੋਈ ਫੋਟੋਗ੍ਰਾਫਰ ਹੁੰਦਾ ਨਾ, ਉਹ ਅਖੀਰਲਾ ਉਸ ਉਹ ਪਾਰਸ ਕਰ ਦਿੰਦਾ ਹੈ, ਫਿਰ ਨਹੀਂ ਛੱਡਦਾ। ਇਸ ਤਰ੍ਹਾਂ 9 ਸਿੱਖ ਗੁਰਾਂ ਦੇ ਬਣਾਏ ਹੋਏ ਗੁਰਸਿੱਖ ਨੂੰ, ਪਾਲਣਾ ਕੀਤੇ ਹੋਏ ਸਿੱਖ ਨੂੰ ਕਲਗੀਧਰ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਛਕਾ ਕੇ ਇਹ ਅਸਲੀ ਕਿਰਪਾਨ ਦਾ ਆਪ ਪਾਲਸ ਕੀਤੀ, ਕਿਰਪਾਨ ਬਖਸ਼ ਕੀਤੀ, ਕਿਰਪਾਨ ਸਜਾਈ ਅਖੀਰਲੀ। ਸੋ ਜੇ ਗੁਰੂ ਕੁਮਾਰ ਆਪ ਛਕ ਰਹੇ, ਨਾਲੇ ਕਹਿੰਦੇ ਵਾਹ ਗੁਰੂ ਆਪੇ ਗੁਰ ਚੇਲਾ। ਇੰਨੀ ਨਿਮਰਤਾ। ਹੋਰ ਤਾਂ ਹੋ ਰਿਹਾ ਆਪਣੇ ਹੁਣ ਵੱਡੇ ਜਿਹੇ ਬਣਦੇ ਆ, ਗੌਂਸ ਗੂਜ ਜਿਹੇ, ਈਸਾ ਮੂਸਾ ਜਾ ਕਹਿੰਦਾ ਮੈਂ ਬੜਾ ਭੇਡਾਂ ਹੀ ਭੂਡਾਂ ਦੱਸਦਾ ਆਪਣੀ ਉਮਤ ਨੂੰ। ਪਰ ਕਿੰਨੀ ਨਿਮਰਤਾ ਹੈ। ਛਕਾ ਕੇ ਅੰਮ੍ਰਿਤ ਛਕਣਾ। ਇਸੇ ਥਾਂ ਤੇ ਆ ਰਿਹਾ ਐਤਵਾਰ 18 ਤਰੀਕ ਨੂੰ 6 ਵਿਸਾਖ ਨੂੰ ਅੰਮ੍ਰਿਤ ਦਾ ਵਾਟਾ ਤਿਆਰ ਹੋਣਾ। ਜੋ ਸਾਡਾ ਜਨਮ ਵਿਸਾਖੀ ਦਾ, ਖਾਲਸੇ ਦਾ, ਉਹਦੀ ਖੁਸ਼ੀਆਂ ਵਿੱਚ ਇੱਥੇ ਅੰਮ੍ਰਿਤ ਦਾ ਵਾਟਾ ਤਿਆਰ ਹੋਣਾ ਹੈ। ਵਿਸਾਖੀ ਦੇ ਦਿਹਾੜੇ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਹੁਣ ਜੋ ਸ੍ਰੀ ਮੁਖ ਵਾਕ ਹੈ ਉਹਦੀ ਆਪਾਂ ਵਿਚਾਰ ਕਰ ਲਈਏ। ਵੈਸਾਖ ਧੀਰ ਕਿਉ ਵਾਢੀਆ। ਵੈਸਾਖ, ਵੈ ਉਹ ਸਾਖ ਸਾਖ ਹੀ ਹੈ। ਵੇਦਾਂ ਸ਼ਾਸਤਰ ਕੇ ਪਰਤਪਾਲਕ ਹੈ। ਪਾਲਣਾ ਕਰਨ ਵਾਲਾ ਹਰ ਜੀਵ ਮਾਤਾ ਪਿਤਾ ਹੋ ਕੇ ਪਰਤਪਾਲ ਕਰਦਾ ਹੈ। ਉਹ ਤੋਂ ਪ੍ਰੇਮ ਦਾ ਵਿਛੋੜਾ ਹੈ। ਪ੍ਰੇਮ ਨਹੀਂ, प्रेम लगे नहीं, जिनके कांत दिशापुरी से ऐन तो फिर तो जलंत, वो पति गैर मुल्क ਹਨ। ਉਹ ਵਿਚਾਰੀਆਂ ਬੜੀਆਂ ਰੋਂਦੀਆਂ ਕਰਲਾਉਂਦੀਆਂ ਸਾਡੇ ਪਤੀ ਆਵਾਂ। ਇਸ ਤਰ੍ਹਾਂ ਜਗਿਆਸੂ ਜਨ ਰੱਬ ਦੇ ਪਿਆਰੇ, ਉਹ ਪ੍ਰੇਮ ਤੋਂ ਵਿਛੜੇ ਪ੍ਰੇਮ ਨਹੀਂ ਹੋਇਆ। ਰੱਬ ਨਾਲ ਪ੍ਰੇਮ ਨਹੀਂ ਲੱਗਿਆ। ਪ੍ਰੇਮ ਇੱਕ ਬਹੁਤ ਵੱਡੀ ਚੀਜ਼ ਹੈ, ਬਹੁਤ ਵੱਡੀ। ਕਲਗੀਧਰ ਨੇ ਪੁੱਛਿਆ, ਹਜ਼ੂਰ ਆਪ ਕਿਸ ਗੱਲ ਤੇ ਖੁਸ਼ ਹੁੰਦੇ ਹੋ? ਕੀ ਆਖਿਆ? ਜਿਨ ਪ੍ਰੇਮ ਕਿਓ ਤਿਨ ਹੀ ਆ ਕਹਿੰਦੇ ਸੀ ਪ੍ਰੇਮ ਦੇ। ਪ੍ਰੇਮ ਇੱਕ ਐਸੀ ਚੀਜ਼ ਹੈ
ਦੇਖ ਲਓ, ਭਗਤੀ ਤੋਂ ਦੀਨ ਲੱਗੂ ਨੈਣ ਕੀਤੀ ਪੀਗਾ। ਭਗਤੀ ਤੇ ਪ੍ਰੇਮ ਤੇ ਜਿਹੜੇ ਪ੍ਰੇਮ ਤੋਂ ਰਹਿਤ ਹਨ ਉਹ ਤੇਰੇ ਸਾਥੀ ਕਿਵੇਂ ਭਾਣ ਜਖਿਆ ਸੂਝਣ। ਜਿਨ੍ਹਾਂ ਨੂੰ ਵਾਹਿਗੁਰੂ ਦਾ ਪ੍ਰੇਮ ਨਹੀਂ ਲੱਗਿਆ, ਜਿਨ੍ਹਾਂ ਪ੍ਰੇਮ ਵਿਛੋਹ। ਰੱਬ ਦੇ ਪ੍ਰੇਮ ਤੋਂ ਵਿਛੋੜਾ ਹੈ, ਪ੍ਰੇਮ ਨਹੀਂ ਲੱਗ ਰਿਹਾ। ਪ੍ਰੇਮ ਨਿਮਰਤਾ ਸਮੇਤ ਲੱਗਦਾ ਹੈ। ਪ੍ਰੇਮ ਲਗਾ ਔਗੁਣ ਦਾ ਤਿਆਗ ਗੁਣ ਗ੍ਰਹਿਣ ਕਰਕੇ ਤਾਂ ਪ੍ਰੇਮ ਲੱਗਦਾ। ਪ੍ਰੇਮ ਪਾਤਰ ਬਣੇ, ਸ਼ੁਭ ਗੁਣਾਂ ਨੂੰ ਗ੍ਰਹਿਣ ਆਸੇ ਸ਼ਬਦਾਂ ਨੂੰ ਤਾਂ ਲੱਗਦਾ ਹੈ। ਪ੍ਰੇਮ ਸੱਚਾਈ ਸਫਾਈ ਦੇ ਨਾਲ ਲੱਗਦਾ ਹੈ। ਰੱਬ ਨਾਲ ਪ੍ਰੇਮ, ਜਿਨ੍ਹਾਂ ਨਾਲ ਪ੍ਰੇਮ ਨੇ ਵਿਛੋੜਾ ਹੈ ਉਹ ਤੀਰਜ ਕਿਉਂ ਧਾਰਨ ਜਗਿਆ ਸੂਜਣ। ਹਰ ਸਾਜਨ ਪੁਰਖ ਵਿਸਾਰ ਕੈ। ਸਾਜਣਾ ਹਰ ਸਾਜਣਾ ਨਿਕਟਵਾ ਸਾਜਣਾ ਚਾਹੀਦਾ ਮੈਡਾ ਚਾਹੀਦਾ। ਉਹ ਪਰਤਪਾਲ ਕਰਦਾ, ਮਤਲਬ ਉਹ ਸੱਜਣ ਹੈ। ਮਾਂ ਦੇ ਉਦਰ ਦਾ ਸੱਜਣ ਹੈ। ਸਿਰ ਤਲੇ ਪੈਰੋ ਪਰਤਪਾਲ ਪਰਾ ਰਾਹੀਂ ਬਾਣੀ ਨਾਲ ਕਰਦਾ ਹੀ। ਸਾਜਣਾ ਸਾਜਣਾ ਨਿਕਟ ਕਰਵਾ ਸਾਜਣ ਦਾ ਇੱਕ ਸਾਜਣ ਕੋਈ ਸਰਵ ਕਲਾ ਸਮਰੱਥ ਸੱਜਣ ਐਸਾ ਸੱਜਣ ਪਾਸ਼ਾ ਕਾਹੇ ਨਾ ਠਾਏ ਚਿੱਤ। ਚਾਹੀਦਾ ਸੱਜਣ ਮੈਡਾ ਚਾਹੀਦਾ ਕਾਹੇ ਨਾ ਠਾਏ। ਉਹ ਚਿੱਤ ਨਹੀਂ ਢਾਉਂਦਾ ਕਿਸੇ ਦਾ ਵੀ। ਐਸਾ ਪਰਮਾਤਮਾ ਪ੍ਰਤਪਾਲਕ ਹੈ। ਉਸ ਤੇ ਪ੍ਰੇਮ ਤੋਂ ਬਗੈਰ ਸ਼ਾਂਤੀ ਕਿਵੇਂ ਆਵੇ। ਲੱਗੀ ਮਾਇਆ ਧੋਹ। ਉਹ ਗੱਲ ਕੀ ਹੋ ਗਈ? ਰੱਬ ਨਾਲ ਪ੍ਰੇਮ ਕਿਉਂ ਨਹੀਂ ਲੱਗਦਾ? ਕਹਿੰਦੇ ਹੋਰ ਗੱਲ ਬਣ ਗਈ। ਤੋ ਹੁੰਦਾ ਧੋਖੇਬਾਜ਼। ਸਰਪਣੀ ਤੇ ਪਰਮੇਸ਼ਰ ਬ੍ਰਹਮ ਵਿਸ਼ਨੂੰ ਜੋ ਸ਼ਰਾਬ ਬੜੀ ਸਰਪਣੀ ਹੈ, ਬੜੀ ਚੰਗੀ ਜੀ ਲੱਗਦੀ ਹੈ, ਬੜੀ ਪਿਆਰੀ ਜੀ ਲੱਗਦੀ ਹੈ। ਜਿਵੇਂ ਸਰਪਣੀ ਚੰਗੀ ਜੀ ਲੱਗਦੀ ਹੈ, ਨਰਮ ਜੀ, ਡੰਗ ਮਾਰਨ ਤੋਂ ਪਤਾ ਲੱਗਦਾ ਨਾਸ ਕਰ ਦਿੰਦੀ ਹੈ। ਇਹ ਮਾਇਆ ਮਾਇਆ ਹੋਏ ਨਾਗ ਨਹੀਂ ਜਾਗਤ ਰਹੇ। ਇਸकी सेवा जो करे तिसी को फिर खाए। ਉਹ ਪਸ਼ੂ ਬਾਗ ਹੋਰ ਦੀ ਫਸਲ ਦੀ ਸੇਵਾ ਕਰੋ ਪਰ ਫੁੱਲ ਲਾਭ ਹੈ। ਇਹ ਖਾ ਜਾਂਦੀ ਹੈ, ਐਸੀ ਖਾਂਦੀ ਹੈ, ਆਪਣਾ ਪ੍ਰੇਮ ਜਾ ਪੈਦਾ ਕਰਕੇ ਵਿਸ਼ਾਂ ਦੀ ਜ਼ਹਿਰ ਚਾੜਦੀ ਹੈ। वह ऐसा जीवन खराब कर दिया। जीवन अंतकाल जो लक्ष्मी सिमर ऐसी चिंता में सर्प जोन वाल वाल। ਉਹ ਜ਼ਹਿਰ ਤਾਂ ਇੱਕ ਵੇਰਾ ਖਾਣ ਤਾਂ ਮਰ ਜਾਂਦਾ। ਇਹ ਤਾਂ ਇੱਕ ਵੇਰਾ ਡੰਗ ਮਾਰਿਆ ਮਾਇਆ ਦਾ ਮੋਹ ਬਸ ਥਿਆਂ ਦੇ ਵਿੱਚ ਰਾਜਾਂ ਦੇ ਤੇ ਤੂੰ ਜੇਤੀ ਦਾ ਧਨ ਹੈ, ਉੱਥੇ ਹੀ ਬੈਠੇ ਹਨ ਸੱਪ। ਇਹ ਧੋਖੇਬਾਜ਼ ਮੁਖਬਰਾ ਹੰਤ ਠਗਾਵੇ। ਬੜਾ ਮਿੱਠੀ ਜਿਹੀ ਬਾਤਾਂ ਕਰਦੀ, ਬਹੁਤ ਪ੍ਰੇਮ ਜਾ ਕਰਦੀ ਹੈ ਇਸ ਰੂਪ ਹੋ ਕੇ, ਪਰ ਅੰਦਰ ਠਗੌਰੀ ਹੈ, ਵਿਸ਼ੇ ਦੀ ਜ਼ਹਿਰ ਚਾੜਨ ਵਾਲੀ ਹੈ। ਇਹ ਮਾਇਆ ਲੱਗੀ ਜੀਆਂ ਤੇ ਤਾਂ ਕਰਕੇ ਰੱਬ ਤੋਂ ਪ੍ਰੇਮ ਟੁੱਟ ਗਿਆ। ਉਹ ਵਿਚਾਰੇ ਕੀ ਕਰਨ ਜਗਿਆਸੂ। ਪੁੱਤਰ ਕਲਤਰ ਨਾ ਸੰਗ ਤਨਾ। ਉਹ ਲੋਕਾਂ ਨੇ ਨਾਮ ਤਿੰਨ ਸਾਥੀ ਮੰਨੇ। ਕਹਿੰਦੇ ਵਹਿਮ ਜਾਪਾਤ ਬ੍ਰਹਮਣ ਹੈ। ਪੁੱਤਰ ਗਤੀ ਕਰਾਉਣ ਵਾਲਾ ਪੁੱਤਰ, ਪਿਓ ਦੀ ਗਤੀ ਸ੍ਰਿਸ਼ਟੀ ਘਟਦੀ ਜਾ ਰਹੀ ਸੀ। ਇੰਨਾ ਵਹਿਮ ਜਾਪਾਤ ਹਾਂ। ਔਰ ਇਹ ਮਹਾਤਮਾ ਵਿਚਾਰੇ ਰਾਜਾ ਦੇ ਦਰਾਂ ਤੇ ਜਾ ਬੈਠੇ, ਜਿਵੇਂ ਕਿਵੇਂ ਕਰਕੇ ਘੋੜੀਆਂ ਕਾੜੀਆਂ ਲੈ ਕੇ ਪੁੱਤਰ ਹੋ ਰਹੇ ਢੰਗ ਜਾ ਹੋ ਰਹੇ। ਪੁੱਤਰ ਜੇ ਆਪੇ ਨੇ ਕਲਿਆਣ ਹੋਣ ਜੋਗਾ, ਪੁੱਤਰ ਜੇ ਆਪੇ ਨਸ਼ੇਬਾਜ਼ ਹੈ, ਅਮਲੀ ਸ਼ਮਲੀ ਹੈ, ਹਾਰ ਸੰਗਾਰ ਪੱਟਿਆ ਪਿਆ ਸ਼ਰਾਬਾਂ ਦਾ, ਔਗਣ ਦਾ ਭਰਿਆ ਪਿਆ ਹੈ। ਕਰ ਦੋ ਕਲੱਤਰ। ਕਲ ਧਾਤੂ ਧਾਰਨ ਵਾਲੀ ਇਸਤਰੀ ਮੰਨਿਆ ਕੇਤਰੀ। ਕਹਿੰਦੇ ਮੁੰਡਾ ਸਹਾਇਤਾ ਕਰਨ ਵਾਲਾ, ਕਲੱਤਰ ਇਸਤਰੀ ਧਾਤ ਨੂੰ ਧਾਰਨ ਵਾਲੀ ਧਨ। ਇਹ ਧਨ ਸਹਾਇਤਾ ਕਰਦਾ ਹੈ, ਪਰ ਇਹ ਤਾਂ ਜੀਵ ਛੋੜ ਜਾਏ ਤਾਂ ਮੋਹ ਔਰ ਤੇ ਕੋਈ ਵਰਸਾਨ ਨੇ ਮਜੇ ਦਾ ਮਰੀਜ਼ ਹੋ ਗਿਆ। ਦਵਾਈ ਦੇਣ ਨੂੰ ਤਿਆਰ ਨਹੀਂ। ਕਹਿੰਦੇ ਤੈਨੂੰ ਸਾਂਭੀਏ, ਬੱਚੇ ਪੜ੍ਹਨ ਜਾਂਦੇ ਉਹਨਾਂ ਨੂੰ ਸਾਂਭੀਏ।
ਇਹ ਤਾਂ ਮਤ ਪਰਾਸਤੀ ਅੱਗੋਂ ਕੱਢੂ ਹੁਣ। ਜਿਹੜਾ ਤਾਨੇ ਜਿਉਂਦੇ ਜੀ ਹੈ ਫਿਰ ਤਾਂ ਵਾਲੀ ਵਾਸ ਨਾਲ ਜੋੜ ਲੈਣਾ। ਕਰ ਕੇ ਨਾਰ ਉਰੇ ਤਾਂ ਲੱਗੇ ਉਹ ਤਾਂ ਪ੍ਰੇਤ ਪ੍ਰੇਤ ਕਰ ਭਾਗੇ। ਕਹਿੰਦੇ ਮਰਿਆ ਹੋਇਆ ਨਾ ਕਰ ਸੁੰਦਰੀ ਖੜੀ ਰਹੀ ਨਾਵ ਦਾ ਬੜਾ ਕੁਝ ਪਿਆ ਹੈ। ਉਹ ਤਾਂ ਭੱਜ ਗਈ ਹੁਣ ਪ੍ਰੇਤ ਹੈ। ਪਰਿਵਾਰ ਵੀ ਸੰਸਕਾਰ ਭੂਮਿਕਾ ਤੱਕ ਹੈ। ਸਾਰਾ ਪਰਿਵਾਰ ਇਕੱਠਾ ਹੋ ਕੇ ਮਿਲ ਕੇ ਕੁਟੰਬ ਮਾਰਕਟ ਘਾਟ ਤੱਕ ਹੈ। ਅੱਗੇ ਡੱਕੇ ਤੋੜ ਕੇ ਜਤਰ ਆਇਆ ਤਤਰ ਗਛਤੇ। ਜਿੱਧਰ ਆਇਆ ਉਧਰ ਚਲੇ ਜਾ। ਇਉਂ ਇਹ ਚੀਜ਼ਾਂ ਨਹੀਂ ਸਾਥ ਦੇਣ ਵਾਲੀਆਂ। ਦੰਦੀਆਂ ਸਾਥ ਉਹ ਜਿਉਂਦੀਆਂ ਨਹੀਂ। ਇਹ ਤਾਂ ਜਿਉਂਦੇ ਬੰਦੇ ਨੂੰ ਨਹੀਂ ਮਾਇਆ ਨਾ ਹੋਏ ਬਸ ਵੇ ਸਭ ਕੋਈ ਨਾਮ ਤਾਂ ਨੇਰਾ ਜਾਵੇ ਨਿਰਤ ਸੰਗ ਛਾੜ ਭਾਗੈ ਮਤ ਪਰਾਤੀ ਹਾਂ ਆਪਾਂ। ਹਰ ਅਵਨਾਸੀ ਓਹ ਫਿਰ ਕਿਹਦੀ ਸਰ ਲਈਏ ਉਹ ਨਾ ਤੋਂ ਰਹਿਤ ਹੋਰ ਤਾਂ ਵਰਕ ਆਉਣ ਦਾ ਕੱਚੇ ਕੋਠੇ ਟੈਟ ਹੋ ਜਾਂਦੇ ਸਾਰੇ ਕੰਧਾਂ ਕੋਲੇ ਜਾ। ਇਸ ਤਰ੍ਹਾਂ ਦਿਆਂ ਕਾਰ ਸੁਖ ਸਾਰੇ ਸੁਖ ਹੁੰਦਿਆਂ ਵੀ ਦੇਵਤਿਆਂ ਦੀਆਂ। ਕਾਲ ਵਰਖ ਤੇ ਢਹਿ ਢੇਰੀ ਹੈ। ਉਹ ਕਾਲਨ ਕੋ ਕਾਲ ਮਹਾ ਕਾਲਨ ਕੋ ਕਾਲ ਹੈ। ਕਾਲ ਕਾ ਨਿਰੰਜਨ ਜਾਣੇ। ਉਹ ਤਾਂ ਕਾਲ ਦੀ ਬੁਰਕੀ ਕਰਨ ਵਾਲਾ ਪਰਮਾਤਮਾ। ਉਹ ਪਰਮਾਤਮਾ ਕਾਲ ਪੁਰਖ ਪਿਛਾਂ ਵਿਸੇ ਵਰਤਮਾਨ ਸਮੇਂ ਵਿੱਚ ਹੁਣ ਸੁਦਾ ਅਗਾਂਹ ਨੂੰ ਵੀ ਹੋਏਗਾ। ਆਸਾ ਜੁਗਾ ਹੈ ਨਾਨਕ ਹੋਸੇ ਪੇ। ਉਹ ਤਿੰਨੇ ਸਮਾਂ ਵਿੱਚ ਹੈ। ਉਹ ਪਰਮਾਤਮਾ ਕਾਲ ਤੋਂ ਰਹਿਤ ਹੈ। ਉਹ ਸਹਾਇਤਾ ਕਰੇਗਾ ਇੱਥੇ ਵੀ ਅਗਾਂਹ ਵੀ। ਉਸ ਨੂੰ ਸੱਜਣ ਬਣਾ ਲਈ ਹੈ। ਉਹਦੇ ਨਾਲ ਪ੍ਰੇਮ ਕਰੇ ਜਿਵੇਂ ਭਗਤਾਂ ਨੇ ਬੜਾ ਪ੍ਰੇਮ ਕੀਤਾ। ਲਾਲਚ ਰਾਜ ਦੇ ਵਿੱਚ ਆ ਕੇ ਭਾਵਾਂ ਧਰੋਣ ਨੇ ਬੜਾ ਕੁਝ ਖੁਸ਼ ਹੋ ਕੇ 36,000 ਵਰਾ ਰਾਤ ਢਲ ਪੂਰੀ ਕਰਤੀ। ਉਹ ਸਹਾਇਤਾ ਕਰਨ ਵਾਲਾ ਪਰਮਾਤਮਾ ਕਾਲ ਦੀ ਬੁਰਕੀ ਕਰਨ ਵਾਲਾ ਹੈ। ਪਾਲਚ ਪਲਚ ਸਗਲੀ ਮੋਈ। ਗੱਲ ਕੀ ਹੈ? ਝੂਠੇ ਧੰਦੇ ਮੋਹ। ਕੰਤ ਪੇਟਾ ਸੰਸਾਰ ਸਾਚੋ ਨਾਮ ਨਾਲ ਲਾਗੇ ਮੋਠਾ ਮਿੱਠਾ। ਸਾਡੀ ਧੰਦਾਕਾਰ ਬਿਰਤੀ ਹੈ। ਖੋ ਚਲਾ ਜ ਬਰਾਈ ਚਲੋ ਬਰਾਈ ਚਲੋ ਖੋ ਨਾ ਜਵਾਬ ਦੇਣਾ ਡੋਬੀ ਚਲੋ। ਧੰਦਾ ਇੱਕ ਖੂਹ ਹੈ ਗੱਬ ਹੈ ਬਾਲਟੀ ਡੋਲ ਸਰੀਰ ਹੈ ਉਮਰ ਲੱਜ ਹੈ। ਧੰਦਾ ਕਰਦਾ ਧੰਦੇ ਨੇ ਜਵਾਬ ਨਹੀਂ ਦੇਣਾ। ਡੋਬੀ ਚਲੋ ਉਮਰ ਨੂੰ ਡੋਬੀ ਚਲੋ ਡੋਬੀ ਚਲੋ ਜਵਾਬ ਨਹੀਂ ਦੇਣਾ। ਡੋਬੀ ਚਲੋ ਕੋਈ ਧੰਦਾ ਮੁਕਾ ਕੇ ਗਿਆ। ਇਹਨਾਂ ਕੀਏ ਕਾਜ ਮਾਇਆ ਪੂਰੇ। ਕੋਈ ਰਾਜਾ ਵੀ ਕੋਈ ਕਾਜ ਪੂਰੇ ਕਰਕੇ ਮਾਇਆ ਨਾ ਕਰਤੇ ਹੋ ਗਏ। ਕੋਈ ਨਪੁੱਤਾ ਮਰ ਰਿਹਾ ਹੈ ਕੋਈ ਇੱਛਾ ਰੱਖ ਰਿਹਾ ਕੋਈ ਹੋਰ ਕੋਈ ਵਡਿਆਈ ਦੀ ਭੁੱਖਾ ਰੱਖ ਰਿਹਾ ਕੋਈ ਹੋਰ ਕੋਈ ਵਿਆਹ ਸ਼ਾਦੀ ਕੋਈ ਮੁੰਡਿਆਂ ਦੀ ਭੁੱਖਾ ਰੱਖ ਰਿਹਾ। ਸਾਰਾ ਸੰਸਾਰ ਨਾਨਕ ਦੁਖੀਆ ਸਭ ਸੰਸਾਰ ਪਾਲਚ ਪਾਲਚ ਕੇ ਖਰਚ ਪਰਚ ਕੇ ਖੱਪ ਕੇ ਦੁਨੀਆ ਧੰਦਿਆਂ ਵਿੱਚ ਪਰਿਵਾਰ ਦੇ ਮੋਹ ਵਿੱਚ ਧੰਦਿਆਂ ਵਿੱਚ ਡੁੱਬੀ ਜਾਂਦੀ ਹੈ ਡੁੱਬੀ ਜਾਂਦੀ ਹੈ। ਨਿਕਲ ਵੀ ਸੰਗਤ ਬਾਹਰ ਤੇ ਭਾਵੇਂ 4 ਗਿੱਠ ਹੱਥ ਵਿੱਚ ਲੱਜ ਹੈ ਕੱਢੋ ਬਾਹਰ ਆ ਜੂਗੀ। ਢੰਗ ਵੀ ਹੈ ਵੇਦੋ ਕਰ ਜਗ ਸੁਦਾ ਜੇ ਜੇ ਉਤਮ ਗੋਤ ਸਾਧ ਨਿਕਲ ਚੱਲ ਸੋ ਫਲ ਪਾਕ ਪਾਕ ਹੋਤ। ਆਪਾਂ ਤਾਂ ਗੁਰੂ ਘਰ ਆ ਰਹੇ ਹਾਂ। ਕੋਈ ਚੰਗੀ ਕਰਨ ਵਾਲਾ ਸਾਧੂ ਹੋਵੇ ਉਹਦੇ ਦਰਸ਼ਨ ਉਹਦੇ ਵੱਲ ਜਾਈਏ। ਇੱਕ ਕਦਮ ਤੇ ਅਸਮੇਤ ਜਗ ਦਾ ਮਹਾਤਮ ਹੈ। ਵਿਧੀ ਵੀ ਹੈ। ਮੱਥਾ ਟੇਕਣ ਦੇ ਬੜੀ ਦੂਰ ਤੇ ਆਏ ਆ। ਗੱਲ ਨਹੀਂ ਕਰਨੀ ਘਰੋਗੀ ਗੱਲ ਕਰਨੀ ਨਾ ਹੋਰ ਗੱਲ ਛੇੜਨੀ। ਵਾਹਿਗੁਰੂ 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 ਦਾ ਜਾਪ ਕਰਾਂਗੇ ਕਦਮ ਪੁੱਟਾਂਗੇ। ਜਿੰਨੇ ਦੂਰੋਂ ਆਏ ਉਹ ਕਦਮ ਜ਼ਿਆਦਾ ਉਹਨੂੰ ਜ਼ਿਆਦਾ ਪੁੰਨ ਲੱਗ ਜਾਊ। ਇੰਨਾ ਪੁੰਨ ਲੱਗਦਾ ਕਰੋੜ ਰੁਪਇਆ ਲੱਗਦਾ ਜਗ ਦਾ। ਇਹਦੇ ਨਾਲ ਉਮਰ ਬਚਦੀ ਹੈ
ਸਾਪਲੀ ਹੁੰਦੀ ਹੈ। ਡੋਲੇ ਬੇਰਾਂ ਦਾ ਕੁਝ ਨਹੀਂ ਵਿਗੜਾ, ਚੱਕ ਕੇ ਝੋਲੇ 'ਚ ਭਲਾ ਕੁਝ ਨਹੀਂ। ਗਈ ਚੂਸ ਬੋੜ ਬੰਦੀ ਛੋੜ ਨਿਰੰਕਾਰ ਦੁੱਖ ਦਾਰੀ। ਸਮਾਂ ਹੈ ਹੁਣ ਵੀ ਬਚਾ ਸਕਦੇ ਹਾਂ। ਬੁੜਿਆਂ ਨੂੰ ਆਖੇ ਉਹ ਹੁਣ ਤਾਂ ਕੁਝ ਬਸ ਹੁਣ ਤਾਂ ਕੀ ਹੈ, ਹੁਣ ਕੀ ਅੰਮ੍ਰਿਤ ਛਕਣਾ, ਹੁਣ ਤਾਂ ਅੱਗੇ ਹੀ ਹੈ, ਹੋਰ ਸੁਣਾਉਂਦੇ ਹਾਂ। ਨੌਜਵਾਨਾਂ ਨੂੰ ਆਖੇ ਉਹ ਕਹਿੰਦੇ ਖਾ ਪੀ ਲਈਏ ਵੀ ਹਾਲੇ ਉਮਰ ਹੈ, ਹੋਰੇ ਗੱਲ ਹੋਰੇ ਬਸ ਬੜਾ ਹੋਰੇ ਗੱਲ ਸੁਣਾਉਣਗੇ। ਉਹ ਮੰਨਦਾ ਹੀ ਅੰਮ੍ਰਿਤ ਹੈ ਬਸ, ਉਹ ਮਾੜਾ ਕੰਮ ਨਾ ਕਰੋ ਅੰਮ੍ਰਿਤ। ਵਾਹ ਜੀ ਵਾਹ, ਐਸੀ ਗੱਲਾਂ ਕਰਦੇ ਟੀਚਰਾਂ ਨਾ ਕਰਨ ਵਾਲੀਆਂ ਪੁੱਠੀਆਂ। ਬੱਲੇ ਬੱਲੇ ਕਰਨਗੇ ਧਾਰ ਜੀ ਰੱਬ ਰੂਪ ਜਾਲੂ ਕਿਰਪਾਲੂ, ਮਾੜਾ ਕੰਮ ਕਰਦੇ ਉਹਨੇ ਅੰਮ੍ਰਿਤ ਛਕਿਆ। ਬਾਬਾ ਦੀਪ ਸਿੰਘ ਭਾਈ ਮਣੀ ਸਿੰਘ ਇੰਨੇ ਗਿਣਤੀ ਗੁਰਸਿੱਖਾਂ ਨੇ ਛਕਿਆ। ਪੁੱਠੀ ਗੱਲ ਕਰਦੇ ਹਾਂ। ਗੱਲ ਕੀ ਹੈ? ਮਨ ਕੀ ਮਤ ਤਿਆਗੋ ਹਰ ਜਨ, ਇਹ ਬਾਤ ਕਠੈਨੀ। ਗੱਲ ਕੀ ਹੈ? ਜਿੱਥੇ ਸਾਡਾ ਮਨ ਖੜਿਆ, ਮੰਨ ਲਓ ਚਾਹੇ ਬੁਰਿਆਈਆਂ ਗੁਰੂ ਸਾਹਿਬ ਦੀ ਹੋੜੀ ਹੈ, ਤਾਂ ਪੰਡਾਲਾ ਬਦਲਣਾ ਪਊ। ਜਿੱਥੇ ਖੜੇ ਉੱਥੇ ਨਾ ਖੜੋ, ਛਾਪਾ ਕਰੋ ਮਨ ਦਾ। ਮਨ ਮਰ ਜਾ ਮਗਰ ਲਿਆ ਨਿਤ ਛਾਪੇ ਤੇਰੇ, ਹੁਣ ਤਾਂ ਟਿਕੇ ਬਹਿ ਜਾ। ਬੜਾ ਜੁਨਾ ਭੜਕਾਇਆ, ਬੜੀ ਖੇਪ ਪਵਾਈ, ਹਟ ਜਾ। ਮਾਨ ਕੇ ਮਤੇ ਨਾ ਚਾਲੀਏ, ਮਾਨ ਕੇ ਮਤੇ ਮਾਨ ਕੇ ਮਾਰੇ ਕਾਜੇ ਮੁੱਲਾ। ਭਾਈ ਮਣੀ ਸਿੰਘ ਦਾ ਕੀ ਕਸੂਰ ਸੀ? ਜਗੜੀਏ ਖਾਂ ਬਦਮਾਸ਼ ਨੇ, ਬੇਈਮਾਨ ਦੁਸ਼ਟ ਨੇ ਗੁਰਸਿੱਖਾਂ ਨਾਲ ਧਰੋਕਾਰ ਵਾਲੇ ਨਾਲ ਅੰਗ ਕਟਵਾਤਾ। ਇਸ ਤਰ੍ਹਾਂ ਆਪਾਂ ਕੋ ਮਨ ਨੂੰ ਕਹਿੰਦੇ ਬਣਾਵਾਂਗੇ। ਮਨ ਤਾਂ ਰੱਬ ਨੇ ਮਾਂ ਦੇ ਉੱਤੇ ਬਣਾਇਆ ਹੈ, ਆਪਾਂ ਬਣਾ ਹੀ ਨਹੀਂ ਸਕਦੇ ਕੋਈ ਚੀਜ਼। ਤਾਂ ਕਰਕੇ ਆ ਰਿਹਾ ਐਤਵਾਰ 6 ਵਿਸਾਖ 11:30 12 ਵੀ ਆ ਸਕਦੇ ਹਨ। ਖੂਹ ਹੈ ਉਹਦਾ ਕੋਈ ਠੀਕ ਢੰਗ ਨਾਲ ਲੰਗਰ ਦਾ ਪ੍ਰਬੰਧ ਪੂਰਾ ਦੇਖਦੇ ਹੀ ਉਹ। ਕਿਰਪਾਨਾਂ ਦਾ ਪ੍ਰਬੰਧ ਭਿੰਡਰਾਂ ਵਾਲੀ ਵੀ ਸਾਰੀ ਹੋਣਗੀਆਂ। ਇੱਥੇ ਤਾਂ ਜੋ ਮਰਜ਼ੀ ਕਿ ਜੋ ਭਿੰਡਰਾਂ ਕਿਰਪਾਨਾਂ ਦੀ ਬਹੁਤ ਸਾਰੀ ਕਾਰਖਾਨੇ ਹਨ। ਜਿਹਨਾਂ ਦਾ ਮਨ ਬਣਿਆ ਨਾ, ਮਨ ਦਰਬਾਰ ਸਾਹਿਬ ਦੇ ਕੋਲ ਪਹਿਰਾ ਦੇ ਰਹੇ ਗੁਰਸਿੱਖ ਪਿਆਰੇ, ਉਹਨਾਂ ਕੋਲ ਆਪਦਾ ਨਾਮ ਲਿਖਾ ਜੋ। ਪਤਾ ਚੱਲੇ ਵੀ ਇੰਨੇ ਕੁ ਅੰਮ੍ਰਿਤ ਛਕਣ ਵਾਲੇ ਹਨ। ਉਹਦੇ ਮੁਤਾਬਕ ਦੇਖਣ ਵਾਲੇ ਕਈ ਵਾਰਾਂ ਨਾ ਥੋੜ੍ਹੇ ਹੁੰਦੇ, ਛਕਣ ਵਾਲੇ ਜ਼ਿਆਦਾ। ਫਿਰ ਬੜਾ ਹੁੰਦਾ ਵੀ ਹੁਣ ਕੀ ਕਰੀਏ, ਸੰਗਤਾਂ ਜ਼ਿਆਦਾ ਹੈ, ਗੁਰੂ ਘਰ ਤੋਂ ਦੇਗ ਬਣ ਜਾਣੀ ਹੈ। ਕੋਈ ਕਾਰ ਨਾ ਖਰੀਦ ਕੇ ਮਾਇਆ ਘੁੰਡ ਕੱਢ ਕੇ ਉਹਨੂੰ ਫਰੀ ਘਰ ਵੀ ਦਿੱਤੇ ਜਾਣਗੇ, ਨਾ ਖਰੀਦ ਕੇ ਉਹਦੇ ਤਾਂ ਹੀ ਮਨ ਬਣਾਓ, ਸਫਲਾ ਕਰੋ। ਖਾਲਸੇ ਦਾ ਜਨਮ ਦਿਹਾੜਾ ਬਹੁਤ ਵੱਡੀ ਵਿਸਾਖੀ ਹੈ। ਅੱਜ ਬ੍ਰਹਮ ਹਾਜ਼ਰ ਹੈ ਵੀ ਇਸ ਵਿਸਾਖੀ ਦੀ ਖੁਸ਼ੀ ਵਿੱਚ। ਉੱਥੇ ਵੀ ਅੱਜ ਅੰਮ੍ਰਿਤ ਦਾ ਵਾਟਾ ਤਿਆਰ ਹੋ ਰਿਹਾ। 6 ਵਿਸਾਖ ਨੂੰ ਇੱਥੇ ਵੀ ਅੰਮ੍ਰਿਤ ਦਾ ਵਾਟਾ ਤਿਆਰ ਹੋਣਾ ਹੈ। ਇੱਕ ਹਰ ਕੇ ਨਾਮ ਬਿਨ, ਇੱਕ ਸੱਸਾ ਵਾਕਰ ਲੈ ਸੋ ਪਰਿਪਕਾਰ। ਇੱਕ ਉਹਦੇ ਨਾਮ, ਰੱਬ ਤੇ ਨਾਮ ਤੋਂ ਬਗੈਰ ਅੱਗੇ ਲਈਐ ਖੋਹ। ਸੀਤਾ ਰਾਮ ਰਾਧੇ ਰਾਮ, ਮਾਤਾ ਗੰਗਾ ਫਲਾਣਾ ਹੋਰ ਗੋ, ਮਾੜੀ ਮੋੜੀ ਜੇ ਮਾਤਾ ਜੀ ਜਵਾਲਾ, ਮਾਤਾ ਕਾਲੀ ਦੇਵਾ, ਕੁਝ ਨਹੀਂ ਕਰਨਾ। ਉੱਥੇ ਸਿੱਕਾ ਚੱਲਦਾ ਹੀ ਨਹੀਂ। ਨਾ ਪਖੰਡੀ ਦਾ ਕਿਸੇ ਦਾ ਨਾਮ ਲਿਆ, ਕੰਮ ਕਰਦਾ ਹੀ ਨਹੀਂ। ਉਹ ਤਾਂ ਪੁੱਠਾ ਹੈ। पाप कुंड की कराल आगन में आप टंगे तिम तोहे टगा है। वो पखंडित आप ਜਿਹੜੀ ਨਰਕ ਦੇ ਕੁੰਡ ਦੀ ਬੜੀ ਤਿੱਖੀ ਅੱਗ ਹੈ, ਉਹਦੇ ਵਿੱਚ ਪੁੱਠੇ ਲਮਕਾਏ ਜਾਂਦੇ। ਨਾਲ ਲੱਗਣ ਵਾਲੇ ਵੀ ਤਰ੍ਹਾਂ ਆਪਾਂ ਉਹ ਜਿਹਾ ਕੰਮ ਨਾ ਕਰੀਏ। ਵਾਹਿਗੁਰੂ ਦੀ ਸਿੱਧੀ ਓਟ ਲੈ ਲਈਏ। ਸਾਨੂੰ ਕਲਗੀ ਧਰਨਾ ਲਾਇਆ ਗੁਰੂ ਗ੍ਰੰਥ ਦੇ ਲੜ ਸਰੋਮਣੇ ਅੰਮ੍ਰਿਤ ਛਕਾ ਕੇ ਵੀ ਦਈਓ ਵਿਸਾਰ ਵਿਗੁਚਣਾ। ਦਈਓ ਪ੍ਰੇਰਕ ਨਿਯੰਤਾ ਹੈ, ਉਸ ਨੂੰ ਵਿਸਾਰ ਕੇ ਭੁਲਾ ਕੇ ਭੁੱਲ ਕੇ ਖਰਾਬ ਹੀ ਹੁੰਦਾ। ਦੁੱਖ ਤਦੇ ਦਾ ਵਿਸਰ ਜਾਵੇ, ਭੁੱਲਿਆ ਨਹੀਂ ਮਾਰ ਪਈ ਨਹੀਂ। ਉਸ ਰੱਬ ਨੂੰ ਭੁਲਾ ਕੇ ਤਾਂ ਖਰਾਬੇ ਹੁੰਦੇ। ਰੱਬ ਭੁੱਲਿਆ ਨਹੀਂ ਮਾਰ ਪਈ ਨਹੀਂ।
ਸੂਰਜਨ ਵੱਲ ਨੂੰ ਜਾਈਏ ਪਰਛਾਵਾਂ ਮਗਰ ਮਗਰ ਪਿੱਠ ਦਈਏ ਅੱਗੇ ਅੱਗੇ ਪਕੜ ਹੁੰਦਾ ਹੀ ਨਹੀਂ। ਰਾਹ ਵਾਲੇ ਪਾਸੇ ਚਲਾਂਗੇ ਮੋਇਆ ਛਾਂ ਵੀ ਸਾਰਾ ਕੁਝ ਰੱਬ ਨੂੰ ਭੁਲਾ ਕੇ ਤਾਂ ਮਾਰੇ ਪੈਂਦੀ ਹੈ। ਪ੍ਰਭ ਬਿਨ ਅਵਰ ਨਾ ਕੋਏ। ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਚਾਰ ਯੁਗਾਂ ਵਿੱਚ ਹੈ ਜੋ ਪਰਾ ਭੂਤ ਤਤ ਰਹਿਤ ਹੈ ਪੰਮਾ ਰੂਪ ਹੈ। ਉਹ ਪ੍ਰਭੂ ਸਮਰਾਟ ਤੋਂ ਬਗੈਰ ਰੱਖਕ ਨਾ ਪੇਸ਼ਾ ਸੀ ਨਾ ਹੋ ਨਾ ਕੋਈ ਹੋ ਸਕਦਾ, ਕੋਈ ਰੱਖਿਆ ਕਰੇ ਨਹੀਂ ਸਕਦਾ। ਪ੍ਰੀਤਮ ਚਰਨੀ ਜੋ ਲੱਗੇ। ਜੋ ਪਰਪਦ ਦਾਸ ਪਦ ਹੈ ਸਿੱਧੇ ਹੀ ਅਮਰ ਚੱਕ ਕੇ ਚਰਨੀ ਲੱਗੀਦਾ ਹੈ। ਹੁਣ ਤਾਂ ਮੱਥਾ ਟੇਕਦੇ ਚੁੱਕ ਲੈਂਦੇ ਆ, ਮੱਥਾ ਟੇਕਦੇ ਆ ਤਨ ਮਨ ਤਨ ਸਭ ਹੁਕਮ ਮੰਨਿਆ ਪਾਈ ਹੈ। ਮੱਥਾ ਟੇਕਿਆ ਚੁੱਕ ਲਿਆ ਟੁੰਗਲੀ ਵਾਂਗ ਬਾਜਣਾ ਹੇਠਾਂ ਝੁਕਦੀ ਫਿਰ। ਜਿਹੜੇ ਪ੍ਰੇਮ ਦੇ ਚਰਨੀ ਲਾਗੇ ਜਿਨ੍ਹਾਂ ਨੂੰ ਲਾ ਲਿਆ, ਪੰਜ ਪੈਰਾਂ ਨੂੰ ਲਾਇਆ ਵਾ, ਬੜੇ ਸਿੱਖਾਂ ਨੂੰ ਲਾਇਆ ਵਾ, ਮਹਾਰਾਜ ਦੇ ਪਾਤਸ਼ਾਹ ਨੇ ਭਾਈ ਜੋਗਾ ਸਿੰਘ ਨੂੰ ਲਾਇਆ ਸੀ, ਉਹਦੀ ਰੱਖਿਆ ਕੀਤੀ ਹੈ। ਜਿਹੜੇ ਗੁਰਾਂ ਦੇ ਚਰਨੀ ਲਾਗੇ ਸਗਲ ਦੁਆਰ ਕੋ ਛੱਡ ਕੇ ਗਏ ਹੋ ਤੁਹਾਰੋ ਦੁਆਰ। ਮੈਨੇ ਕਿਛ ਆਏ ਨਾ ਮੋਰਾ ਅਵਸਰ ਲਜਾਰਾ ਸਾਧਨ ਜਾਣ ਤੋਰਾ। ਹਿਰਦਾ ਸ਼ਬਦ ਚਰਨ ਸਤਿਗੁਰ ਬੰਧਿਓ ਪਾਲ। ਸ਼ਬਦ ਚਰਨ ਚਿਤ ਚਰਨ ਨਾਮ ਨਿਰਾਕਾਰ ਦੇ ਨਾਮ ਚਰਨ ਲੱਗ ਜਾਈਏ। ਤਿਨ ਕੀ ਨਿਰਮਲ ਸੋਏ। ਜਿਹੜੇ ਚਰਨੇ ਲਾਗੇ ਚਰਨ ਪੂਜਨੀਕ ਅਧਿਸ਼ਠਾਨ ਆਸਰਾ ਰੂਪ ਪੂਜਨੀਕ ਭਗਤੀ ਸੁਗੰਧੀ ਦੇਣ ਵਾਲੇ ਖਾਲਵਤ ਹਨ। ਉਹਨਾਂ ਦੀ ਕਣਸੋ ਬੜੀ ਸਵੱਛ ਪ੍ਰਭਤਾ, ਭਗਤਾਂ ਦੀ ਕਿੰਨੀ ਪ੍ਰਭਤਾ, ਰੱਬ ਦੇ ਪਿਆਰਾਂ ਦੀ ਕਿੰਨੀ ਪ੍ਰਭਤਾ, ਭਜਨੀਕਾਂ ਦੀ ਕਣਸੋ ਸੋਭਾ। ਉਹਨਾਂ ਦੀ ਕਣਸੋ ਖਬਰਾਂ ਸੁਣ ਕੇ ਸੁਖ ਹੁੰਦਾ ਹੈ ਜੇ ਰੱਬ ਦੇ ਪਿਆਰਿਆਂ ਦੀ। ਨਾਨਕ ਕੀ ਪ੍ਰਭ ਬੇਨਤੀ। ਸਾਨੂੰ ਸਿੱਖਿਆ ਦੇ ਰਹੇ ਮਹਾਰਾਜ, ਬਹੁਤ ਸਮਝਾ ਰਹੇ ਹੈ। ਆਪ ਮਹਾਰਾਜ ਸੇ ਪਾਸ ਪੇਟੀ ਮਾਟ ਜਿਵੇਂ ਆਪ ਫਰਕ ਦਿਖਾਉਂਦਾ, ਆਪ ਕਹਿ ਰਹੇ ਹੈ ਵੀ ਸਾਡੀ ਤਾਂ ਬੇਨਤੀ ਅਰਜ਼ੋਈ ਜੋਦੜੀ ਹੈ। ਪ੍ਰਭ ਮਿਲੋ ਪ੍ਰਾਪਤ ਹੋਏ। ਇਹ ਵਾਹਿਗੁਰੂ ਮਿਲੋ ਪ੍ਰਾਪਤ ਹੋਏ। ਪ੍ਰਾਪਤ ਤਾਂ ਹੈਗੇ ਤੁਸੀਂ, ਚੇਤਨ ਹੈ, ਹਿਰਦੇ ਵਾਸ ਹੈ, ਚੇਤਨ ਹੈ, ਪ੍ਰਾਪਤ ਹੈ। ਪਰ ਪ੍ਰਤੱਖ ਹੋ ਕੇ ਮਿਲੋ, ਪਰ ਮਿਲੋ ਪ੍ਰਾਪਤ। ਜਿਵੇਂ ਭਗਤਾਂ ਨੂੰ ਮਿਲੇ ਪ੍ਰਤੱਖ ਗਸਈਆਂ ਧੰਨਾ ਵਡ ਭਾਗਾ ਸੈਨ ਨਾਇ ਨੂੰ ਮਿਲੇ ਨਾਮ ਰੇ ਪ੍ਰਤੱਖ ਰੋਦਾਸ ਨੂੰ। ਪ੍ਰਤੱਖ ਹੋ ਕੇ ਮਿਲੋ ਪ੍ਰਤੱਖ ਮਹਾਰਾਜ ਦੇ ਪਾਤਸ਼ਾਹ, ਜਿਸ ਕਰਕੇ ਪ੍ਰਾਪਤ ਪਰ ਉਤਕ੍ਰਿਸ਼ਟ ਸਾਡੇ ਪ੍ਰਲੋਕ ਵਿੱਚ ਵੀ ਅਬਰੋ ਏਤ ਹੋਵੇ। ਮਿਲੋ ਸਿਖਿਆਤ ਹੋ ਕੇ ਮਿਲੋ। ਹੈ ਤਾਂ ਸਰਬ ਆਪੇ ਨੇੜੇ ਹੀ ਹੈ, ਨੇੜੇ ਤੋਂ ਨੇੜੇ, ਪਰ ਸਿਖਿਆਤ ਹੋ ਕੇ ਮਿਲੋ। ਸਾਡੇ ਮਨ ਬੁੱਧੀ ਵਿੱਚ ਰਾਗ ਦੁਆਇ ਤੇ ਫੁੱਲੇ ਆ, ਗਿਆਨ ਸਲਾਈਆਂ ਪਾ ਕੇ ਦੂਰ ਕਰਕੇ ਨੇਤਰ ਨਿਗਾਹ ਵਾਸ ਕੇ ਮਿਲੋ ਪ੍ਰਤੱਖ ਹੋ ਭਗਤਾਂ ਵਾਂਗ। ਵੈ ਸਾਖ ਸੁਹਾਵਾ ਤਾਂ ਲੱਗੈ। ਵੈ ਉਹ ਜੋ ਪੈਦਾ ਪ੍ਰਤਿਗੜਾ ਸਾਖ ਸਾਖੀ ਰੂਪ ਹੈ। ਮਨੁੱਖਾ ਸਰੀਰ ਵੀ ਵਿਸਾਖ ਦਾ ਮਹੀਨਾ ਹੈ, ਉਹਨਾਂ ਨੂੰ ਬੜਾ ਚੰਗਾ ਲੱਗਦਾ ਮਹੀਨਾ ਇਹ। ਜਾਂ ਸੰਤ ਭੇਟੈ ਹਰ ਸੋਏ। ਜਾਂ ਤਾਂ ਸੰਤ ਸੋਏ ਰੱਬ ਦੀ ਸੋਭਾ ਕਰਨ ਵਾਲੇ, ਜਾਂ ਹਰੀ ਮਿਲ ਜਾਏ ਹਰੀ ਰੱਬ, ਜਾਂ ਹਰੀ ਦੇ ਦਰਸ਼ਨ ਵਾਲੇ ਰੱਬ ਮਿਲ ਜਾਂਦੇ, ਉਹਨਾਂ ਦੀ ਬੜੀ ਸੋਭਾ ਹੁੰਦੀ ਹੈ। ਸਮਾਂ ਸੰਪੂਰਨ ਲੰਗਰ ਤਿਆਰ ਹੈ, ਸਰਗ ਬਣਿਆ ਹੋਇਆ ਹੈ। ਫਿਰ ਬੇਨਤੀ ਹੈ ਜੋਦੜੀ ਹੈ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਲੈਣੀ ਹੈ। ਕਰੇ ਤੀਆ ਮਹਾਂਪੁਰਖ ਵੱਡਿਆਂ ਤਾਂ ਵੀ ਸ਼ਾਂਤ ਸਤਿਕਾਰਯੋਗ ਗਿਆਨੀ ਗੁਰਬਖਸ਼ ਖਾਲਸਾ ਰੱਬ ਦੇ ਪਿਆਰੇ, ਉਹਨਾਂ ਦੀ ਨਿਗਾਹ ਹੁੰਦੀਆਂ ਲੇਵਾਂ ਅੱਗੇ। ਕਰੈਤੀਆ ਬਖਸ਼ਿਆ ਨਹੀਂ ਜਾਂਦਾ, ਬਿਲਕੁਲ ਨਹੀਂ। ਕਿਉਂ ਨਹੀਂ ਸਦਾਈ ਕੀਤੀ, ਕਿਉਂ ਲੱਜਾਵਾਨ ਹੋ ਕੇ ਆਉ ਰਿਹਾ। ਜਿਹੜੇ ਕਕਾਰ ਲਾ ਕੇ ਆਉ ਰਿਹਾ ਉਹ ਇੰਨਾ ਕੁ ਚ ਰੱਖਿਆ ਸੀ, ਉਹ ਲੈ ਗਿਆ ਢਿੱਲਾ ਹੋ ਗਿਆ ਸੀ, ਬੜੀ ਗਲਤੀ ਹੈ। ਮਹਾਰਾਜ ਦੇ ਕਕਾਰਾਂ ਦੀ ਨਿਰਾਦਰੀ ਕਰਦੇ ਆ। ਜਿਹੜੇ ਕੋਰੇ ਬੈਠੇ ਆ, ਕੋਰੇ ਅੰਮ੍ਰਿਤ ਕੌੜਾ ਵੇਖਿਆ ਮੇਠੇ ਸਾਗ ਕੇ ਬੁੱਧ ਨੈਨੋ ਡਿੱਠੀ
ਉਹ ਕਹਿੰਦੇ ਆਰਾ ਸ਼ਕਤਾ ਲਈਏ ਚਿੱਤ ਤਾਂ ਕਰਦਾ ਕੌੜਾ ਮਿਰਚਾਂ ਪਾਈ ਨਾ ਨਾ ਮਿੱਠਾ ਰੇਠਾ ਨਾਨਕ ਪਤਾ ਗਵਾਹੀ ਦਿੰਦਾ ਬਾਣੀ ਪੜ੍ਹੀ ਸੀ ਡਾਣਾ ਮਿੱਠਾ ਹੋ ਗਿਆ ਉਹ ਆਖਦੀਆਂ ਖੋਖੜੀਆਂ ਰਸਦਾਇਕ ਅੰਬ ਵਰਗੇ ਮਰਦਾਨੇ ਨੂੰ ਪੁੱਛਾਂਗੇ ਬਾਣੀ ਮਿੱਠੀ ਹੈ ਉਹ ਰਹਿਤ ਰੱਖਣੀ ਰੱਖਿਆ ਦੁੱਖ ਦਾਰੂ ਸੁੱਖ ਰੋਗ ਪਿਆ ਜੇ ਰਹਿਤ ਰੱਖਣੀ ਹੈ ਥੋੜ੍ਹੇ ਜਿਹੇ ਔਖੇ ਹੈ ਸੁੱਖ ਵੀ ਤਾਂ ਹੀ है रहनी रह सोई सिकंदर साहब उसका चेहरा रहत प्यारी मुझको सिखन प्यारा ना है ले लिए लाभ ककारां दी व्याध भी होई ककार धार गए आपे ना पा लिए पंज प्यारे पाण गए उन्हां नूं दस के पाना पैण गया स्टील दियां करवाना आ ये तातू नहीं जबरदा तो लोहा है छेज तो हेठा कृपान स्वीकार नहीं है कृपाना आ जाणगियां कोई त्रुटियां दी खीमा खानी संगत नैन चेत नमान जा बचा आशीर्वाद बख्शनी लखां लखाई विसाखी दे पर्व दी ਵਧਾਈਆਂ होण ਦਿਓ ਸਜਣ ਸਿਸੜੀਆਂ ਜੋ ਹੋਵੇ ਸਾਹਿਬ ਸੋ ਮੇਲ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵੈ ਸਾਥ ਸੁਹਾਵਾ ਤਾਂ ਲਗੈ ਜਾਂ ਸੰਤ ਭੇਟੈ ਹਰਿ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੂੰ ਠਾਕੁਰ ਤੂੰ ਪੈ ਅਰਦਾਸ